ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਪੰਜਾਬ ਮੇਲ USA TV ਚੈਨਲ ਦੇ ਪਿਆਰੇ ਦਰਸ਼ਕੋ, ਜਿਵੇਂ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਵੰਨ-ਸਵੰਨੇ ਮਸਲੇ ਲੈਂਦੇ ਹਾਂ ਅਤੇ ਉਹਨਾਂ ਵੰਨ-ਸਵੰਨੇ ਮਸਲਿਆਂ ਦੀ ਜਿਹੜੀ ਇਬਾਰਤ ਹੈ ਉਹਨੂੰ ਅਸੀਂ ਸ਼ੁਰੂ ਕਰਾਂਗੇ ਇੱਕ ਐਸੇ ਮਸਲੇ ਤੋਂ। ਅਤੇ ਮੇਰੀ ਗੁਜ਼ਾਰਿਸ਼ ਹੈ ਖੰਨਾ ਜੀ ਇੱਕ ਉਹ ਮਸਲਾ ਲਓ ਜਿਹੜਾ ਇਸ ਵੇਲੇ ਪੂਰਾ ਭਖਿਆ ਵੀ ਹੈ ਔਰ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਅਤੇ ਪੂਰੇ ਵਿਸ਼ਵ ਵਿੱਚ ਲੋਕਾਂ ਦੀਆਂ ਨਜ਼ਰਾਂ ਉਸ ਵਿਸ਼ੇ 'ਤੇ। ਦੇਖੋ, ਪਹਿਲਾਂ ਕਿਸਾਨ ਅੰਦੋਲਨ ਦੇ ਉੱਤੇ ਸਾਰੇ ਵਿਸ਼ਵ ਦੀਆਂ ਨਜ਼ਰਾਂ ਸੀ। ਸ਼ੁਰੂਆਤ ਪੰਜਾਬ ਦੀ ਧਰਤੀ ਤੋਂ ਹੋਈ, ਫਿਰ ਪੂਰੇ ਭਾਰਤ ਵਿੱਚ ਫੈਲ ਗਿਆ, ਫਿਰ ਪੂਰੀ ਦੁਨੀਆ 'ਚ ਫੈਲ ਗਿਆ। ਬਿਲਕੁਲ। ਹੁਣ ਇੱਕ ਉੱਦਾਂ ਦਾ ਮਸਲਾ ਤਿਆਰ ਹੋ ਰਿਹਾ ਹੈ ਜਿਹਨੂੰ ਸਾਰਿਆਂ ਦੀ ਸਪੋਰਟ ਹੈ, ਕਿਸਾਨ ਯੂਨੀਅਨ ਦੀ ਵੀ ਸਪੋਰਟ ਹੈ। ਬਿਲਕੁਲ। ਔਰ ਹਸਤੀਆਂ ਜਿਹੜੀਆਂ ਮਸ਼ਹੂਰ ਹਸਤੀਆਂ ਨੇ ਉਹਨਾਂ ਦੀ ਵੀ ਸਪੋਰਟ ਹੈ, ਫਿਲਮੀ ਹਸਤੀਆਂ ਦੀ ਵੀ ਸਪੋਰਟ ਹੈ। ਸਪੋਰਟਸਮੈਨ ਦਾ ਮਸਲਾ, ਔਰ ਕਈ ਦਿਨਾਂ ਤੋਂ ਆਪਾਂ ਚਰਚਾ ਕਰਦੇ ਪਏ ਹਾਂ। ਜਿਨਸੀ ਸ਼ੋਸ਼ਣ ਦਾ ਮਸਲਾ ਕੁੜੀਆਂ ਨੇ ਚੁੱਕਿਆ ਕਿ ਜਿਹੜੇ ਬ੍ਰਿਜ ਭੂਸ਼ਣ ਜੀ ਭਾਜਪਾ ਦੇ ਮਿਨਿਸਟਰ ਨੇ ਔਰ ਜਿਨ੍ਹਾਂ ਕੋਲ ਸਪੋਰਟਸ ਦਾ ਮਹਿਕਮਾ ਹੈ, ਉਹਨਾਂ ਦੇ ਉੱਤੇ ਇਲਜ਼ਾਮ ਹੈ ਔਰ ਉਹਨਾਂ ਦੇ ਖਿਲਾਫ FIRs ਵੀ ਨੇ ਕਿ ਉਹਨਾਂ ਨੇ ਜਿਨਸੀ ਸ਼ੋਸ਼ਣ ਕੀਤਾ ਹੈ ਪਹਿਲਵਾਨ ਕੁੜੀਆਂ ਦਾ। ਹਾਂ, ਔਰ ਜੰਤਰ ਮੰਤਰ ਤੇ ਸਾਰੇ ਬੈਠੇ ਹੋਏ ਨੇ ਔਰ ਅੱਜ 10-11 ਦਿਨ ਹੋ ਗਏ ਨੇ ਅੱਜ ਬੈਠੇ। ਹਾਂ 11 ਦਿਨ। ਇਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਸਾਡੇ ਦਰਸ਼ਕ ਭਲੀ ਭਾਂਤ ਜਾਣਦੇ ਆ ਕਿ ਇਹ ਮਸਲਾ ਕਦੋਂ ਸ਼ੁਰੂ ਹੋਇਆ ਅਤੇ ਕਿਹਨਾਂ ਵਿੱਚ ਸ਼ੁਰੂ ਹੋਇਆ। ਅਸਲ ਵਿੱਚ ਜਿਨਸੀ ਸ਼ੋਸ਼ਣ ਹੋਇਆ, ਉਹ 'ਚ 7 ਕੁੜੀਆਂ ਨੇ ਰਿਪੋਰਟ ਦਿੱਤੀ ਪੁਲਿਸ ਨੂੰ ਔਰ ਉਹਦੇ ਵਿੱਚ ਬ੍ਰਿਜ ਬਖਸ਼ੀ ਜੀ ਜਿਹੜੇ ਨੇ ਉਹਨਾਂ 'ਤੇ FIR ਲੌਜ ਹੋ ਗਈ ਔਰ ਉਹ ਚੱਲਦਾ ਮਸਲਾ ਇੰਨਾ ਟੇਢਾ ਹੋ ਗਿਆ। ਫਿਰ ਇਹਨਾਂ ਦੀ ਪ੍ਰਦਰਸ਼ਨੀ ਜਿਹੜੀ ਉੱਥੇ ਧਰਨਾ ਲਾਤਾ ਇਹਨਾਂ ਨੇ ਜੰਤਰ ਮੰਤਰ ਦਿੱਲੀ ਵਿੱਚ, ਅਤੇ ਉਦੋਂ ਬਾਅਦ ਹਮਾਇਤ ਲਈ ਤੁਸੀਂ ਦੱਸਿਆ ਕਿ ਫਿਲਮੀ ਹਸਤੀਆਂ ਵੀ ਆਈਆਂ ਔਰ ਉਸ ਦੇ ਨਾਲ ਸਾਰੇ ਖਿਡਾਰੀ ਇਹਦੇ ਵਿੱਚ ਸ਼ਾਮਲ ਹੋ ਗਏ। ਇਹ ਮਸਲਾ ਹੁਣ ਸਿਰਫ ਰੈਸਲਰ ਜਾਂ ਪਹਿਲਵਾਨ ਜਾਂ ਕੁਸ਼ਤੀਵਾਨਾਂ ਦਾ ਨਹੀਂ ਹੈ, ਬਲਕਿ ਪੂਰੇ ਖਿਡਾਰੀਆਂ ਦਾ ਬਣ ਚੁੱਕਿਆ, ਜਿਹਦੇ ਵਿੱਚ ਸਿਆਸੀ ਮਾਮਲਾ ਵੀ ਇੱਕ ਆਪਣਾ ਰੂਪ ਅਖਤਿਆਰ ਕਰ ਗਿਆ। ਦੂਜੀ ਇਹ ਗੱਲ ਹੈਗੀ ਕਿ ਕਿਸਾਨ ਜਥੇਬੰਦੀਆਂ ਵੀ ਇਹਦੇ ਵਿੱਚ ਜਾ ਵੜੀਆਂ, ਉਹਨਾਂ ਨੇ ਵੀ ਉਹਨਾਂ ਦੀ ਹਮਾਇਤ ਕੀਤੀ ਹੈ। ਔਰ ਪਿਛਲੇ ਦਿਨ ਕੱਲ੍ਹ ਨੂੰ ਬਹੁਤ ਇਹਦਾ ਹੰਗਾਮਾ ਹੋਇਆ, ਰੌਲਾ ਪਿਆ। ਜਿੰਨੇ ਕਿਸਾਨ ਹਰਿਆਣਾ 'ਚੋਂ ਉੱਧਰ ਜਾਣਾ ਚਾਹੁੰਦੇ ਸੀ ਵਾਇਆ ਹਰਿਆਣਾ, ਉਹਨਾਂ ਨੂੰ ਅਤੇ ਜਿੰਨੇ ਵੀ ਪਹਿਲਵਾਨ ਉਹਨਾਂ ਨੂੰ ਪੁਲਿਸ ਨੇ ਬਹੁਤ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਔਰ ਇਹਨਾਂ ਨੇ ਦੋਸ਼ ਲਾਇਆ ਕਿ ਉਹਦੇ ਵਿੱਚ ਬਹੁਤ ਪੁਲਿਸ ਕਰਮੀ ਸ਼ਰਾਬ ਨਾਲ ਰੱਜੇ ਸੀਗੇ ਔਰ ਇਹਨਾਂ ਦੇ ਕੱਪੜੇ ਵੀ ਫਾੜੇ ਔਰ ਇਹ ਬਹੁਤ ਰੋਏ। ਅੱਜ ਦਾ ਬਿਆਨ ਹੈਗਾ ਸਾਡੇ ਸਾਰੇ ਪਹਿਲਵਾਨ ਦਾ, ਜਿਹੜੇ ਓਲੰਪੀਅਨ ਵੀ ਆ, ਪ੍ਰਗਟ ਸਿੰਘ ਵੀ ਉੱਥੇ ਗਏ ਸੀਗੇ ਔਰ ਸਮੁੱਚੀ ਹਾਕੀ ਦੇ ਇਹ ਰਹੇ ਨੇ ਕੈਪਟਨ ਔਰ ਉਹਦੋਂ ਬਾਅਦ ਸਿਆਸੀ ਵੀ ਆ, MLA ਵੀ ਰਹੇ, ਮੰਤਰੀ ਵੀ ਰਹੇ ਔਰ ਉਹਦੇ ਨਾਲ PT ਊਸ਼ਾ ਉਹ ਵੀ ਪਹੁੰਚ ਚੁੱਕੀ ਆ। ਜਿੰਨੇ ਸਿਰਮੌਰ ਜਿੰਨੀਆਂ ਹਸਤੀਆਂ ਖਿਡਾਰੀ ਨੇ ਉਹ ਸਾਰੀਆਂ ਉਹਨਾਂ ਦਾ ਹਿੱਸਾ ਬਣ ਗਈਆਂ। ਅਤੇ ਹੁਣ ਇਹਨਾਂ ਨੇ ਇਹ ਕਿਹਾ ਕਿ ਅਸੀਂ ਸਾਰੇ ਜਿੰਨੇ ਅਵਾਰਡ ਸਾਡੇ ਕੋਲ ਆ, ਜੋ ਤਮਗੇ ਆ ਦਿੱਤੇ, ਅਸੀਂ ਵਾਪਸ ਕਰਾਂਗੇ ਸਰਕਾਰ ਨੂੰ। ਉਹ ਕਹਿੰਦੇ MLA MP ਤਾਂ ਜਦੋਂ ਮਰਜ਼ੀ ਬਣਾ ਲਓ, ਜੋ ਮਰਜ਼ੀ ਮੰਤਰੀ ਬਣਾ ਲਓ, ਪਰ ਪਹਿਲਵਾਨ ਦੇਸ਼ ਲਈ ਬਣਾਉਣਾ ਔਖੀ ਗੱਲ ਆ। ਜੇ ਅਸੀਂ ਉਹਨਾਂ ਦਾ ਸਤਿਕਾਰ ਮਾਣ ਨਹੀਂ ਕਰਾਂਗੇ, ਸਰਕਾਰ ਉਹਨਾਂ ਦੀ ਕੋਈ ਹਮਾਇਤ ਨਹੀਂ ਕਰੂਗੀ, ਉਹਨਾਂ ਦੇ ਬਾਰੇ ਕੋਈ ਸਹੂਲਤਾਂ ਦਾ ਐਲਾਨਨਾਮਾ ਨਹੀਂ ਕਰੂਗੀ, ਅਤੇ ਗਲਤ ਗੱਲ ਹੈ। ਕਿਉਂਕਿ ਇਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਹੈ ਬਿਲਕੁਲ ਚੁੱਪ ਆ। ਉਹਨਾਂ ਨੇ ਜਿਹੜੇ ਭੂਸ਼ਣ ਜੀ ਨੇ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਜੇ ਇਹ ਘਰਾਂ ਨੂੰ ਵਾਪਸ ਚਲੇ ਜਾਣਗੇ ਤਾਂ ਮੈਂ ਅਸਤੀਫਾ ਦੇ ਦੂੰਗਾ, ਮੈਂ ਆਪਣੇ ਇਸ ਰੁਤਬੇ ਦੇ ਨਹੀਂ ਰਹੂੰਗਾ। ਇਹ ਉਹ ਜਿਹੜੀ ਇਹਨਾਂ ਦੀ ਫੈਡਰੇਸ਼ਨ ਹੈ ਕੁਸ਼ਤੀ ਪਹਿਲਵਾਨਾਂ ਦੀ, ਰੈਸਲਿੰਗ ਦੀ, ਉਹਦੇ ਪ੍ਰਧਾਨ ਆ ਹਿੰਦੁਸਤਾਨ ਦੇ ਪੂਰੇ, ਔਰ ਉਹਨਾਂ 'ਤੇ ਇਹ ਵੱਡਾ ਦੋਸ਼ ਲੱਗਿਆ। ਜਦੋਂ ਕਿ ਵੇਖੋ, ਜਦੋਂ ਪੰਜਾਬੀ ਜਾਂ ਆਪਾਂ ਕਹਾਵਤ 'ਚ ਕਹਿੰਦੇ ਕਿ ਜਦੋਂ ਵਾੜ ਹੀ ਖੇਤ ਨੂੰ ਖਾ ਗਈ ਤਾਂ ਉਹਦੇ ਵਿੱਚ ਕੀ ਪ੍ਰੋਟੈਕਸ਼ਨ ਰਹਿਣੀ ਅਤੇ ਕੀ ਬਚਾ ਰਹਿਣਾ। ਜਦੋਂ ਵਾੜ ਖੇਤ ਨੂੰ ਖਾ ਜਾਊ ਫਿਰ ਮੱਝਾਂ ਗਾਵਾਂ ਅਤੇ ਲੋਕ ਵਿੱਚ ਆ ਵੜਨਗੇ ਤਾਂ ਉਹਨੂੰ ਉਜਾੜਾ ਪਾ ਦੇਣਗੇ। ਇਹ ਗੱਲ ਹੈ ਭੂਸ਼ਣ ਜੀ ਦੀ ਔਰ ਉਹਨਾਂ 'ਤੇ ਬਲੇਮ ਲੱਗਾ। ਫਿਰ ਜਿਹੜੀਆਂ 7 ਕੁੜੀਆਂ ਵਾ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਆ, ਉਹਨਾਂ ਨੇ FIR ਲੌਜ ਕਰਾਈ ਆ ਔਰ ਉਹ ਤਮਾਮ ਕੁੜੀਆਂ ਮੁੰਡੇ ਰੋ ਰਹੇ ਸੀ ਕੱਲ੍ਹ ਔਰ ਬਹੁਤ ਦੁਖੀ ਸੀਗੀ। ਉਹਨਾਂ ਦੇ ਹਿਰਦੇ ਬਲੁੰਦਰੇ ਗਏ ਕਿ ਅਸੀਂ ਦੇਸ਼ ਲਈ ਇੰਨਾ ਕੁਛ ਕਰ ਰਹੇ ਹਾਂ, ਹਿੰਦੁਸਤਾਨ ਦਾ ਨਾਂ ਅਸੀਂ ਕਿੱਥੇ ਰੌਸ਼ਨ ਕਰ ਦਿੱਤਾ, ਕਿੱਥੋਂ ਤੱਕ ਸਿਖਰਾਂ 'ਤੇ ਪਹੁੰਚਾ ਦਿੱਤਾ। ਤਾਂ ਆਹ ਹਿੰਦੁਸਤਾਨ ਦੇ ਸਾਡੇ ਨਾਲ ਪੋਲੀਟਿਕਸ ਖੇਡਣ ਵਾਲੇ ਕਰ ਰਹੇ ਆ। ਪਬਲਿਕ ਨੂੰ ਤਾਂ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲਾਇਆ। ਪਬਲਿਕ ਉਹਨਾਂ ਨੇ ਕਿਹਾ ਸਾਡੇ ਨਾਲ ਆ, ਕਿਸਾਨ ਜਥੇਬੰਦੀਆਂ ਸਾਡੇ ਨਾਲ ਆ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਖੰਨਾ ਜੀ ਕਿ ਇੱਕ ਅੰਦੋਲਨ, ਕਿਸਾਨ ਅੰਦੋਲਨ 1.5 ਸਾਲ ਚੱਲਿਆ, ਪੂਰਾ ਹਿੰਦੁਸਤਾਨ ਉਹਨਾਂ ਦੇ ਨਾਲ, ਉਹਨਾਂ ਦੇ ਪਲੜੇ ਦੇ ਵਿੱਚ ਝੁਕ ਗਿਆ ਸੀਗਾ। ਔਰ ਉਦੋਂ ਬਾਅਦ ਪ੍ਰਾਈਮ ਮਿਨਿਸਟਰ ਨੇ ਜਿੱਦਣ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਸੀਗਾ, ਸ਼ੁਭ ਦਿਹਾੜਾ ਸੀ, ਉਦੋਂ ਅਨਾਉਂਸ ਕਰਤਾ ਕਿ ਅਸੀਂ ਸਾਰੇ ਕਾਲੇ ਕਾਨੂੰਨ ਵਾਪਸ ਲੈ ਲਿਆ। ਦੇਖੋ, ਫਿਰ ਕੁਝ ਮਸਲੇ ਉਹਨਾਂ ਦੇ ਲਟਕੇ ਗਏ ਰਹੇ
ਪਰ ਅੱਜ ਉਹਨਾਂ ਨੇ ਉਹਨਾਂ ਦੀ ਬਾਂਹ ਫੜੀ ਹੈ, ਬਹੁਤ ਵੱਡੀ ਗੱਲ ਹੈ। ਜਥੇਬੰਦੀਆਂ ਨੇ ਯੂਨਾਈਟਲੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਆ। ਸਰਕਾਰ ਦੇ ਲਈ ਜੋ ਤੁਸੀਂ ਕਰ ਰਹੇ ਜੇ, ਦੋਸ਼ ਲਾ ਰਹੇ ਜੇ, ਅਸੀਂ ਉਹਨਾਂ ਦਾ ਪੜਤਾਲ ਕਰਾਂਗੇ, ਪੁਲਿਸ ਕੋਲ ਵੀ ਜਾਵਾਂਗੇ, ਸਾਰਿਆਂ ਨਾਲ ਜਾਵਾਂਗੇ। ਜਦੋਂ ਕਿਸਾਨ ਆ ਰਲੇ, ਇਹਦਾ ਮਤਲਬ ਰੈਸਲਰ ਦੀ, ਕੁਸ਼ਤੀਆਂ ਖੇਡਣ ਵਾਲਿਆਂ ਦੀ, ਪਹਿਲਵਾਨਾਂ ਦੀ ਜਿੱਤ ਆ। ਖਿਡਾਰੀ ਵੀ ਆ ਗਏ, ਫਿਲਮੀ ਹਸਤੀਆਂ ਵੀ ਆ ਗਈਆਂ, ਉਹਨਾਂ ਵੱਲੋਂ ਵੀ ਅਨਾਉਂਸਮੈਂਟ ਹੋ ਗਈ ਆ, ਔਰ ਪਬਲਿਕ ਵੀ ਉਹਨਾਂ ਨਾਲ ਆ। ਹਮੇਸ਼ਾ ਜਿਹੜੇ ਸੱਚੇ ਬੰਦੇ ਉਹਨਾਂ ਦੀ ਜਿੱਤ ਹੁੰਦੀ ਆ। ਉਹਦੇ ਵਿੱਚ ਜਦੋਂ ਕੁੜੀਆਂ ਵਾਂ, ਧੀਆਂ ਵਾਂ, ਪੰਜਾਬ ਦੀਆਂ, ਹਿੰਦੁਸਤਾਨ ਦੀਆਂ, ਉਹਨਾਂ ਦੇ ਲਈ ਵੀ ਲੋਕਾਂ ਦਾ ਜਿਹੜਾ ਹਿਰਦਾ ਬਲੁੰਦਰਿਆ ਗਿਆ। ਲੋਕਾਂ ਨੇ ਕਿਹਾ ਕਿ ਨਹੀਂ, ਅਸੀਂ ਇਹਨਾਂ ਦੀ ਬਚਾਅ ਕਰਾਂਗੇ, ਠਰਾ ਕਰਾਂਗੇ। ਔਰ ਵੇਖੋ ਅੱਗੇ ਕੀ ਸਿੱਟਾ ਨਿਕਲਦਾ। ਸਰਕਾਰ ਇਸ ਵੇਲੇ ਬਿਲਕੁਲ ਚੁੱਪ ਆ। ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕੀ ਇਹ ਕੀ ਹੋ ਰਿਹਾ ਜੰਤਰ ਮੰਤਰ। ਦੇਖੋ ਗੱਲ ਇਹ ਹੈ, ਤੁਸੀਂ ਗੁਰੂ ਨਾਨਕ ਪਿਤਾ ਦੀ ਗੱਲ ਕੀਤੀ ਹੈ ਕਿ ਉਹਨਾਂ ਦੇ ਜਨਮ ਦਿਵਸ ਦੇ ਉੱਤੇ ਜਦੋਂ ਖੇਤੀ ਕਾਨੂੰਨ ਵਾਪਸ ਲਿੱਤੇ ਨੇ, ਤਾਂ ਗੁਰੂ ਨਾਨਕ ਪਿਤਾ ਨੇ ਹਮੇਸ਼ਾ ਇਨਸਾਨ ਦੇ ਉੱਤੇ ਕੰਮ ਕੀਤਾ ਕਿ ਇਨਸਾਨ ਜਿਹੜਾ ਹੈ, ਮਸਲੇ ਆਪਣੇ ਆਪ ਸਹੀ ਹੋ ਜਾਂਦੇ ਨੇ ਜਦੋਂ ਇਨਸਾਨ ਸਹੀ ਹੋਵੇ। ਕਿਹੜਾ ਸਿਸਟਮ ਸਕਸੈਸਫੁਲ ਹੋ ਸਕਦਾ ਹੈ? ਜਦੋਂ ਇਨਸਾਨ ਸਹੀ ਹੈ ਤਾਂ ਹਰ ਸਿਸਟਮ ਸਕਸੈਸਫੁਲ ਹੈ। ਜਦੋਂ ਇਨਸਾਨ ਸਹੀ ਨਹੀਂ ਤਾਂ ਕੋਈ ਵੀ ਸਿਸਟਮ, ਕੋਈ ਵੀ ਮੈਥਡ ਸਕਸੈਸਫੁਲ ਨਹੀਂ ਹੋ ਸਕਦਾ, ਕੋਈ ਵੀ ਕਾਨੂੰਨ ਕਾਮਯਾਬ ਨਹੀਂ ਹੋ ਸਕਦਾ। ਜੋ ਤੱਕ ਇਨਸਾਨ ਗਲਤ ਨੇ, ਉਹ ਕੋਈ ਨਾ ਕੋਈ ਰਸਤਾ ਕੱਢ ਲੈਣਗੇ ਆਪਣੇ ਬਚਾਅ ਵਾਸਤੇ, ਕਾਨੂੰਨ ਨੂੰ ਤੋੜ ਮਰੋੜ ਕੇ ਆਪਣੇ ਹੱਕ ਦੇ ਵਿੱਚ ਵਰਤਣ ਵਾਸਤੇ। ਸੋ ਮੇਨ ਗੱਲ ਤੇ ਇਹ ਹੈ। ਸਹੀ ਗੱਲ। ਹੁਣ ਸਾਨੂੰ ਜਾਂ ਤੇ ਜੋ ਇਹ ਗੱਲਾਂ ਸੱਚੀਆਂ ਨੇ, ਪੋਲੀਟੀਸ਼ੀਅਨਸ ਦੇ ਉੱਤੇ ਜੋ ਲੱਗਦੇ ਨੇ ਇਲਜ਼ਾਮ, ਜੇ ਇਹ ਸੱਚੀਆਂ ਨੇ ਤਾਂ ਇੱਕ ਟ੍ਰੇਨਿੰਗ ਸੈਂਟਰ ਹੋਣਾ ਚਾਹੀਦਾ ਜਿੱਥੇ ਪੋਲੀਟੀਸ਼ੀਅਨਸ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਤੁਸੀਂ ਜੇ ਇੱਦੇ ਲੈਵਲ ਦੇ ਉੱਤੇ ਕੰਮ ਕਰਦੇ ਪਏ ਹੋ ਤਾਂ ਤੁਹਾਡੀ ਟ੍ਰੇਨਿੰਗ ਹੋਣੀ ਚਾਹੀਦੀ। ਤੁਹਾਨੂੰ ਕਮ ਸੇ ਕਮ ਇਹਦਾ ਪਤਾ ਲੱਗੇ ਕਿ ਬੰਦਾ ਹੁੰਦਾ ਹੈ, ਬੰਦੇ ਨੂੰ ਬੰਦਾ ਸਮਝੋ, ਔਰ ਜਿਸ ਕੁਰਸੀ ਤੇ ਤੁਹਾਨੂੰ ਬਿਠਾਇਆ ਗਿਆ ਹੈ ਉਹਦੀਆਂ ਪਾਵਰਸ ਕੀ ਨੇ, ਉਹਦੀ ਡਿਗਨਿਟੀ ਕੀ, ਉਹਦੀ ਗਰਿਮਾ ਕੀ ਹੈ, ਉਸ ਦੇ ਮੁਤਾਬਿਕ ਕੰਮ ਕਰੋ। ਕਮ ਸੇ ਕਮ ਆਪਣੀ ਉਸ ਕੁਰਸੀ ਦੀ ਇੱਜ਼ਤ ਤਾਂ ਰੱਖੋ। ਵੈਸੇ ਸਿਆਣੇ ਲੋਕ ਜਿਹੜੇ ਪਿੰਡਾਂ 'ਚ ਬੈਠੇ ਆ, ਜਾਂ ਜਿਹਨੇ ਸੂਝਵਾਨ ਜਿਹੜੇ ਬੁੱਧੀਜੀਵ, ਉਹ ਕਹਿੰਦੇ ਨੇ ਵਾਕਿਆ ਕਲਯੁਗ ਦਾ ਪਹਿਰਾ ਆ ਗਿਆ। ਉਹਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ 2 ਦਹਾਕਿਆਂ ਤੱਕ ਦੇਖੋ, ਕਦੇ ਵੀ ਕਿਸੇ ਪਲੇਅਰ ਨੇ, ਖਿਡਾਰੀ ਨੇ, ਕਦੀ ਕਿਸੇ ਪਹਿਲਵਾਨ ਨੇ ਕਦੀ ਇਸ ਤਰ੍ਹਾਂ ਦਾ ਨੁਕਤਾਚੀਨੀ ਜਾਂ ਕਿਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਸੀ ਕੀਤੀ ਪਿਛਲੇ 2 ਦਹਾਕਿਆਂ 'ਚ। ਇਹ ਹੁਣ ਜਿਹੜੀਆਂ ਖਬਰਾਂ ਆ ਰਹੀਆਂ, ਜੋ ਮਸਲੇ ਆ ਰਹੇ ਆ, ਇਹ ਬੜੇ ਨਾ ਸਹਾਰਨਯੋਗ ਮਸਲੇ ਆ ਰਹੇ ਆ, ਜਿਨ੍ਹਾਂ ਨੂੰ ਅਸੀਂ ਇਹਨਾਂ ਜਿਹੜਾ ਪਿਆਰ ਦਿੰਦੇ ਹਾਂ, ਸਤਿਕਾਰ ਦਿੰਦੇ ਹਾਂ। ਜਦੋਂ ਮੈਡਲ ਜਿੱਤ ਕੇ ਆਉਂਦੇ ਆ ਤੇ ਏਅਰਪੋਰਟ 'ਤੇ ਹਾਰ ਪਾਉਂਦੇ ਆ, ਢੋਲ ਵੱਜਦੇ ਆ, ਖੁਸ਼ੀਆਂ ਮਨਾਈਆਂ ਜਾਂਦੀਆਂ, ਪੂਰਾ ਪਿੰਡ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਜਾਂਦਾ, ਪੂਰਾ ਹਿੰਦੁਸਤਾਨ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਜਾਂਦਾ। ਤੇ ਹੁਣ ਕੀ ਬਿਲੀ ਛੱਗੀ ਹੈ ਕਿ ਅਸੀਂ ਇਹੋ ਜਿਹੇ ਕੰਮਾਂ ਦੇ, ਇਹੋ ਜਿਹੀਆਂ ਕਰਤੂਤਾਂ ਦੇ ਪਿੱਛੇ ਲੱਗ ਗਏ ਹਾਂ। ਔਰ ਉਹ ਦੇਸ਼ ਦਾ ਨਾਮ ਉੱਚਾ ਕਰਨ ਲਈ ਜਿੱਥੇ ਬੈਠੇ ਆ, ਅਸੀਂ ਤਾਂ ਉਹਨਾਂ ਦੇ ਲਈ ਜੇ ਪਿੱਛਾ ਨਹੀਂ ਪੂਰਾਂਗੇ ਜਾਂ ਉਹਨਾਂ ਦੀ ਪੈਰਵਾਈ ਨਹੀਂ ਕਰਾਂਗੇ ਤਾਂ ਉਹਨਾਂ ਦੀ ਬਾਂਹ ਕੌਣ ਫੜੂਗਾ? ਇੰਗਲੈਂਡ ਤੋਂ ਤਾਂ ਨਹੀਂ ਲੋਕਾਂ ਨੇ ਆ ਜਾਣਾ, ਤੇ ਨਾ ਆਸਟ੍ਰੇਲੀਆ ਤੋਂ ਲੋਕਾਂ ਨੇ ਆਉਣਾ। ਜਿਹੜੇ ਲੋਕ ਇੱਥੇ ਬੈਠੇ ਨੇ ਉਹਨਾਂ ਨੂੰ ਚਾਹੀਦਾ ਹੈਗਾ, ਜੇ ਪ੍ਰਵਾਸੀ ਭਾਰਤੀਆਂ ਨੂੰ ਇਹਦਾ ਪਤਾ ਲੱਗ ਰਿਹਾ ਵੈਸੇ, ਜੇ ਉਹਨਾਂ ਨੇ ਵਿਰੋਧਤਾ ਕੀਤੀ ਤਾਂ ਹਿੰਦੁਸਤਾਨ ਨੂੰ 2 ਕਦਮ ਤੁਰਨਾ ਔਖਾ ਹੋ ਜਾਊਗਾ, ਕਿਉਂਕਿ ਉਹ ਮਾਇਆ ਦਾ ਪੈਸਾ ਵੀ ਉਹਨਾਂ ਕੋਲ ਹੈਗਾ, ਉਹਨਾਂ ਕੋਲ ਵਿਕਾਸ ਦਾ ਯੋਜਨਾ ਵੀ ਹੈਗੀਆਂ, ਉਹਨਾਂ ਕੋਲ ਜਿਹੜੇ ਸਰਕਾਰਾਂ ਦੇ ਜਿਹੜੇ ਪਲਟੇ ਮਾਰਨ ਲਈ ਵੀ ਸਾਰਾ ਕੁਝ ਹੈਗਾ। ਜੇ ਪ੍ਰਵਾਸੀ ਭਾਰਤੀ ਇਸ ਵਿੱਚ ਸ਼ਾਮਲ ਹੋ ਗਏ ਤਾਂ ਬਹੁਤ ਗਲਤ ਹੈ। ਇਸ ਵੇਲੇ ਕਿਸਾਨ ਤਾਂ ਆ ਗਏ ਆ, ਖਿਡਾਰੀ ਆ ਗਏ ਆ, ਬਹੁਤ ਲੋਕ ਆ ਗਏ, ਵਿਦਿਆਰਥੀ ਆ ਗਏ, ਵਕੀਲ ਆ ਗਏ, ਕਿਹੜਾ ਬੰਦਾ ਨਹੀਂ ਰਿਹਾ? ਇਹ ਗੱਲ ਹੈ। ਇਹ ਤਾਂ ਬਹੁਤ ਵੱਡਾ ਅੰਦੋਲਨ ਬਣ ਸਕਦਾ ਔਰ ਪੂਰੀ ਦੁਨੀਆ ਦੇ ਵਿੱਚ ਅੰਦੋਲਨ ਬਣ ਸਕਦਾ ਜੋ ਇਸ ਵਕਤ ਹਾਲਾਤ ਪੈਦਾ ਹੋਏ ਨੇ। ਔਰ ਇੱਕ ਗੱਲ ਦੇ ਉੱਤੇ ਹੈਰਾਨੀ ਹੁੰਦੀ ਹੈ ਬਲਕਾਰ ਜੀ ਕਿ ਅਸੀਂ ਬੜੇ ਜ਼ੋਰ ਨਾਲ ਕਹਿੰਦੇ ਹਾਂ ਪੂਰੀ ਦੁਨੀਆ ਦੇ ਵਿੱਚ ਅਸੀਂ ਵਿਸ਼ਵ ਗੁਰੂ ਬਣਨਾ ਹੈ। ਹਾਲਾਤ ਨੇ, ਇਹ ਵਿਸ਼ਵ ਗੁਰੂ ਦੇ ਹਾਲਾਤ ਨੇ। ਫਿਰ ਤੁਸੀਂ ਕਹੋ ਇਹ ਰਾਜਨੀਤੀ ਖੇਡਦੇ ਪਏ ਨੇ, ਇਹਦੇ 'ਚ ਕਾਹਦੀ ਰਾਜਨੀਤੀ ਹੈ? ਇੱਕ ਲੜਕੀ ਸਾਰੀ ਦੁਨੀਆ ਦੇ ਸਾਹਮਣੇ ਕਹਿੰਦੀ ਪਈ ਹੈ ਕਿ ਮੇਰੇ ਨਾਲ ਬਦਤਮੀਜ਼ੀ ਹੋਈ ਹੈ, ਔਰ ਐਡਾ ਵੱਡਾ ਜੇਰਾ ਜੀ, ਔਰ ਉਹ ਦੁਨੀਆ ਦੇ ਸਾਹਮਣੇ ਕਹਿੰਦੀ ਪਈ ਹੈ, ਇਹ ਰਾਜਨੀਤੀ ਹੈ। ਔਰ ਕੱਲ ਨੂੰ ਉਹ ਸਮਾਜ, ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ, ਕਿੰਨੀਆਂ ਗੱਲਾਂ ਹੁੰਦੀਆਂ ਨੇ ਸਮਾਜ ਦੇ ਵਿੱਚ, ਔਰ ਇਹ ਗੱਲਾਂ ਨੂੰ ਉਹਨੂੰ ਪਤਾ ਮੈਨੂੰ ਫੇਸ ਕਰਨਾ ਪੈਣਾ। ਔਰ ਇੱਕ ਲੜਕੀ ਇੱਦਾਂ ਓਪਨਲੀ ਗੱਲ ਕਹਿ ਰਹੀ ਹੈ ਔਰ ਬਾਹਰ ਨਿਕਲ ਕੇ ਗੱਲ ਹੋ ਰਹੀ ਹੈ, ਤਾਂ ਤੁਸੀਂ ਕਹਿੰਦੇ ਹੋ ਇਹ ਰਾਜਨੀਤੀ ਹੈ। ਔਰ ਪੀਟੀ ਊਸ਼ਾ ਵੀ ਪਹਿਲਾਂ ਕਹਿੰਦੇ ਸੀਗੇ ਕਿ ਇਹ ਇਨਡਿਸਿਪਲਿਨ ਹੈ, ਹੁਣ ਉਹ ਵੀ ਜਾ ਕੇ ਮਿਲ ਕੇ ਆਏ ਨੇ ਉਹਨਾਂ ਨੂੰ, ਠੀਕ ਹੈ ਨਾ, ਮਿਲ ਕੇ ਆਏ ਨੇ। ਇਹ ਇਨਡਿਸਿਪਲਿਨ ਤਾਂ ਨਹੀਂ ਹੈ, ਕਿਉਂਕਿ ਉਹਨਾਂ ਨੇ ਵੀ ਕਈ ਵਾਰ ਇਹ ਦੇਖਿਆ ਹੋਣਾ, ਕਿਹੜਾ ਇਹ ਅੱਜ ਦੀ ਗੱਲ ਹੈ, ਕਿਹੜੀ ਨਵੀਂ ਗੱਲ ਸ਼ੁਰੂ ਹੋਈ, ਪੁਰਾਤਨ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ। ਕਦੋਂ ਔਰਤ ਨੂੰ ਗਲਤ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ, ਹਮੇਸ਼ਾ ਹੀ ਦੇਖਿਆ ਜਾਂਦਾ। ਬਹੁਤ ਘੱਟ ਲੋਕ ਨੇ ਜਿਹੜੇ ਨਹੀਂ ਦੇਖਦੇ, ਠੀਕ ਹੈ। ਤੇ ਉਹਨਾਂ ਨੇ ਵੀ ਕੁਝ ਨਾ ਕੁਝ ਇੱਦਾਂ ਦਾ ਆਪਣੇ ਸਮੇਂ ਤੇ ਦੇਖਿਆ ਹੀ ਹੋਣਾ, ਤੇ ਉਹਨਾਂ ਨੂੰ ਪਤਾ ਹੈ ਕਿ ਇੱਦਾਂ ਸਭ ਚੱਲਦਾ, ਤੇ ਹੁਣ ਉਹ ਵੀ ਸਾਥ ਦਿੰਦੇ ਪਏ ਨੇ। ਮਤਲਬ ਇਹ ਹੈ ਕਿ ਇਹ ਰਾਜਨੀਤੀ ਨਹੀਂ ਹੋ ਰਹੀ, ਇਹ ਸਹੀ ਗੱਲ ਹੋ ਰਹੀ ਹੈ। ਔਰ ਤੁਸੀਂ ਦੇਖੋ ਕਿੰਨੇ ਹੀ ਮਸਲੇ ਨੇ, ਲਖੀਮਪੁਰ ਖੀਰੀ ਦਾ ਮਸਲਾ ਹਜੇ ਲਟਕਿਆ ਪਿਆ, ਉਹ ਪਤਾ ਨਹੀਂ ਉਹ ਜਿਹੜੇ ਵਿਧਾਇਕ ਨੇ ਉਹਨਾਂ ਦੇ ਬੇਟੇ ਦਾ ਮਸਲਾ ਅਸੀਂ ਦੇਖਦੇ ਹੀ ਹਾਂ, ਗੱਡੀ ਦੇ ਥੱਲੇ ਦਰੜ ਦਿੱਤਾ ਸੀ ਕਿਸਾਨਾਂ ਨੂੰ, ਇੱਦਾਂ ਦੇ ਮਸਲੇ ਔਰ ਹੋਰ ਕਈ ਮਸਲੇ, ਔਰ ਭ੍ਰਸ਼ਟਾਚਾਰ ਦੇ ਮਸਲੇ ਸਾਹਮਣੇ ਆਉਂਦੇ ਨੇ, ਕਰਪਸ਼ਨ ਦੇ ਮਸਲੇ। ਮਤਲਬ ਕੀ ਨਹੀਂ ਹੋ ਰਿਹਾ?
ਵੈਸੇ ਆ ਜਿਹੜਾ ਮਸਲਾ ਨਾ ਜ਼ਿਆਦਾ ਹੋਸ਼ਾਪਣ ਵਾਲਾ ਵਾ, ਜ਼ਿਆਦਾ ਮੂਰਖਤਾ ਭਰਿਆ ਹੈਗਾ, ਇਹਦੇ ਵਿੱਚ ਕੋਈ ਵੀ ਸਿਆਣਪ ਨਹੀਂ ਹੈਗੀ। ਜੇ ਅਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹਾਂ, ਸਾਰੀਆਂ ਕੰਟਰੀ 'ਚ ਛੋਟਾ ਮੋਟਾ ਹੈਗਾ ਵਾ, ਲੜਾਈ ਝਗੜੇ ਹੁੰਦੇ ਆ ਔਰ ਉਹਦੇ 'ਚ ਕਈ ਤਰੀਕੇ ਦੀਆਂ ਗੱਲਾਂ ਹੁੰਦੀਆਂ, ਇੰਟਰਕਾਸਟ ਮੈਰਿਜਸ ਹੁੰਦੀਆਂ, ਕਈ ਕੁਛ ਹੁੰਦਾ, ਅੰਤਰਰਾਜੀ ਵਿਆਹ ਹੁੰਦੇ ਆ ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹ ਤਾਂ ਆਮ ਦੇਸ਼ਾਂ ਵਿੱਚ ਚੱਲਦੀਆਂ ਪ੍ਰਚਲਿਤ ਹੈ। ਪਰ ਆ ਜਿਹੜਾ ਹੈਗਾ ਕਿਸੇ ਲੜਕੀ ਵੱਲ ਉਂਗਲ ਚੁੱਕਣਾ ਔਰ ਉਹਦੇ ਨਾਲ ਬਦਸਲੂਕੀ ਕਰਨਾ ਔਰ ਉਹਦੇ ਲਈ ਜੋ ਨਹੀਂ ਅਸੀਂ ਸੋਚ ਸਕਦੇ ਉਹ ਕਰਨਾ, ਔਰ ਉਹ ਉਹਨਾਂ ਨੇ ਕਰਨਾ ਜਿਹੜੇ ਆਪ ਖੁਦ ਜ਼ਿੰਮੇਵਾਰ ਇੱਕ ਪੋਸਟ 'ਤੇ ਬੈਠੇ ਆ। ਔਰ ਵੇਖੋ ਹੁਣ ਅਗਲੇ ਪਾਸੇ ਕਾਨੂੰਨ ਕੀ ਕਰਦਾ, ਕਾਨੂੰਨ ਦੇ ਦਾਇਰੇ 'ਚ ਆ ਗਿਆ, FIR ਲੌਜ ਹੋ ਗਈ ਆ ਔਰ ਜਾਂ ਤਾਂ ਉਹ ਅਸਤੀਫਾ ਦੇਣਗੇ ਜਾਂ ਅਸਤੀਫੇ ਤੋਂ ਬਾਅਦ ਉਹਨਾਂ 'ਤੇ ਜਿਹੜਾ ਦੌਰ ਚੱਲੇਗਾ ਔਰ ਇਹਦੇ ਵਿੱਚ ਜੁਡੀਸ਼ਰੀ ਕੀ ਕਰਦੀ ਆ ਔਰ ਉਹਦੇ ਵਿੱਚ ਗਵਾਹੀਆਂ ਕੀ ਹੁੰਦੀਆਂ, ਇਹ ਮਸਲਾ ਅੱਗੇ ਹੁੰਦਾ। ਪਰ ਇਹਦੇ ਵਿੱਚ ਵੀ ਤੁਸੀਂ ਦੇਖਿਓ ਅੱਗੇ ਜੋ ਸਿੱਟਾ ਨਿਕਲਦਾ ਉਹ ਸਾਰਾ ਫਿਰ ਪੋਲੀਟੀਕਲ ਦੌਰ 'ਚ ਹੀ ਆ ਜਾਣਾ। ਜਿਸ ਤਰ੍ਹਾਂ ਤੁਸੀਂ ਲਖੀਮਪੁਰ ਖੀਰੀ ਦੀ ਗੱਲ ਕੀਤੀ, ਉਹਦੇ 'ਚ ਮੁੰਡਾ ਦੇ ਅੰਦਰ ਉਹਦੇ ਬਾਅਦ ਕੋਈ ਸਜ਼ਾ ਨਹੀਂ, ਕੁਛ ਨਹੀਂ ਹੈਗਾ ਔਰ ਉਹਨੇ ਕਿੰਨੇ ਕਿਸਾਨ ਦਰੜ ਦਿੱਤੇ, ਕਿੰਨਿਆਂ ਦੇ ਉੱਤੋਂ ਦੀ ਗੱਡੀ ਲਗਾਤੀ ਹੈ। ਇਹਨੂੰ ਕੀ ਕਹਿੰਦੇ ਆ, ਜੰਗਲੀ ਰਾਜ। ਸਿਵਲਾਈਜ਼ਡ ਲੋਕ ਨਹੀਂ ਹੈਗੇ, ਅਨਸਿਵਲਾਈਜ਼ਡ ਅਸੀਂ ਹੈਗੇ ਹਾਂ। ਅਸੀਂ ਅਕਲ ਤੋਂ ਬਾਜੇ ਬਹੁਤ ਊਣੇ ਆ। ਸਾਨੂੰ ਇਹ ਨਹੀਂ ਪਤਾ ਕਿ ਅਸੀਂ ਪੜ੍ਹ ਤਾਂ ਜਾਂਦੇ ਹਾਂ, ਡਿਗਰੀਆਂ ਲੈ ਜਾਂਦੇ ਹਾਂ, ਵੱਡੀਆਂ ਪੋਸਟਾਂ 'ਤੇ ਬਹਿ ਜਾਂਦੇ, ਅਤੇ ਕੰਮ ਸਾਡੇ ਬਿਲਕੁਲ ਡੰਗਰਾਂ ਵਰਗੇ ਆ, ਮੂਰਖਾਂ ਵਰਗੇ ਆ, ਪਸ਼ੂਆਂ ਵਰਗੇ। ਅਕਲ ਤੋਂ ਊਣੇ ਤਾਂ ਬਲਕਾਰ ਜੀ ਤੁਸੀਂ ਠੀਕ ਹੈ, ਇੱਕ ਪੱਖ ਰੱਖਦੇ ਪਏ ਹੋ। ਹਾਂ, ਦੂਜਾ ਇਹ ਹੈ ਕਿ ਜਿਹੜਾ ਰਾਜਨੀਤੀ ਦਾ ਅਪਰਾਧੀਕਰਨ ਹੈ, ਅਪਰਾਧੀ ਲੋਕ ਰਾਜਨੀਤੀ ਦੇ ਵਿੱਚ ਆਏ ਹੋਏ ਨੇ। ਬਿਲਕੁਲ ਠੀਕ ਹੈ, ਉਹਨਾਂ ਦੀ ਸੋਚ ਹੀ ਹੈ, ਜਿਨ੍ਹਾਂ ਦੀ ਬੈਕਗ੍ਰਾਉਂਡ ਸਾਰੀ ਅਪਰਾਧਾਂ ਵਾਲੀ ਹੈ ਔਰ ਪੁੱਠੀ ਸੋਚ ਹੈ, ਤੇ ਪੁੱਠੇ ਕੰਮਾਂ ਨਹੀਂ ਸਾਹਮਣੇ ਆਉਣਾ ਜਦੋਂ ਪੁੱਠੀ ਸੋਚ ਹੈ। ਹਿੰਦੁਸਤਾਨ 'ਚ ਰਹੀ ਆ, ਹਿੰਦੁਸਤਾਨ 'ਚ ਹੁੰਦੀ ਹੈ ਕਿ ਗੁੜਤੀ ਹੈ। ਜਿਹੜਾ ਰਾਜਨੀਤੀ 'ਚ ਆਉਂਦਾ ਵਾ ਉਹ ਬਿਲਕੁਲ ਉਹ ਸ਼ਰਾਫਤ ਦੇ ਨੇੜੇ ਨਹੀਂ ਨਿਕਲਿਆ ਹੁੰਦਾ। ਜਿਹੜਾ ਵੀ ਆਉਂਦਾ ਸਰਪੰਚੀ ਤੋਂ ਲੈ ਕੇ ਉੱਤੇ ਤੱਕ ਜਦੋਂ ਜਾਂਦੇ ਆ, ਕੁਛ ਨਾ ਕੁਛ ਬਲੇਮ ਲੱਗੇ ਹੁੰਦੇ ਆ, ਕਈ ਵਾਰੀ ਉਹ ਜੇਲ੍ਹਾਂ 'ਚ ਆ ਕੇ ਇਲੈਕਸ਼ਨ ਲੜਦੇ ਆ ਔਰ ਇਹ ਸਾਡੇ ਜਿਹੜੀ ਆ ਮੁਹਾਰਨੀ ਆ ਸਾਡੇ ਲੋਕਤੰਤਰ ਵਿੱਚ ਇਹ ਹੈਗਾ। ਸ਼ਰੀਫ ਆਦਮੀ ਤਾਂ ATM ਤੱਕ ਨਹੀਂ ਜਾਂਦਾ, ਉਹ ਤਾਂ ਵਿਚਾਰਾ ਕਦੀ ਬੈਂਕ ਤੱਕ ਨਹੀਂ ਜਾਂਦਾ। ਉਹ ਆਂਦਾ ਕਿਉਂ ਧੱਕੇ ਮੁੱਕੀ ਕਰਨੇ, ਜੇ ਜਾਂਦਾ ਤਾਂ ਗੁਰੂ ਘਰ ਜਾਂਦਾ, ਗੁਰੂ ਸਥਾਨਾਂ 'ਤੇ ਜਾਂਦਾ, ਗੁਰੂ ਸਥਾਨਾਂ 'ਤੇ ਜਾ ਕੇ ਮੱਥਾ ਟੇਕਦਾ। ਪਰ ਉਹ ਇਹੋ ਜਿਹੇ ਕੰਮ 'ਚੋਂ ਦੂਰ ਰਹਿੰਦਾ। ਉਹ ਆਂਦਾ ਵੀ ਮੈਂ ਇਹੋ ਜਿਹੇ ਗੁੰਡਿਆਂ 'ਚੋਂ, ਇਹੋ ਜਿਹੇ ਲੁੱਚਾਂ 'ਚੋਂ, ਇਹਨਾਂ ਤੋਂ ਮੈਂ ਦੂਰ ਰਹੂੰਗਾ। ਇਹਨੂੰ ਤਾਂ ਇਹੀ ਕਹਿਣਗੇ, ਗੁੰਡਿਆਂ ਲੁੱਚਿਆਂ ਵਾਲਾ ਕੰਮ ਹੀ ਹੈਗਾ। ਜਿਹੜਾ ਤੁਸੀਂ ਧੀਆਂ ਵੱਲ, ਔਰਤਾਂ ਵੱਲ, ਬੱਚੀਆਂ ਵੱਲ, ਆਪਣੀਆਂ ਧੀਆਂ ਨੇ ਉਹ ਪੰਜਾਬ ਦੀਆਂ, ਹਿੰਦੁਸਤਾਨ ਦੀਆਂ, ਇੰਡੀਆ ਦੀਆਂ ਬੱਚੀਆਂ ਵੱਲ ਜੇ ਗਲਤ ਸੋਚ ਕੀਤੀ ਤਾਂ ਕੀ ਰਹਿਣਾ ਤੇ ਕੀ ਬਹਿਣਾ ਤੇ ਕੀ ਤੁਹਾਡਾ ਸਤਿਕਾਰ ਇੱਜ਼ਤ ਮਾਣ ਰਹਿ ਗਿਆ। ਔਰ ਇੱਕ ਗੱਲ ਕਹਿ ਕੇ ਮੈਂ ਅਗਲੇ ਮਸਲੇ ਤੇ ਆਉਣਾ ਜੀ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸ਼ਮੇਸ਼ ਪਿਤਾ ਤੱਕ ਸਾਰੇ ਗੁਰੂ ਸਾਹਿਬਾਨ ਇਹੀ ਸਮਝਾਉਂਦੇ ਰਹੇ ਨੇ ਕਿ ਅਧਿਆਤਮ ਰੱਬ ਦਾ ਨਾਂ ਜੇ ਉਹਨੂੰ ਰਾਜਨੀਤੀ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਰਾਜਨੀਤੀ ਬਿਲਕੁਲ ਸਾਫ਼ ਸੁਥਰੀ ਹੋ ਜਾਏਗੀ। ਜੋ ਜ਼ਫਰਨਾਮਾ ਦਸ਼ਮੇਸ਼ ਪਿਤਾ ਨੇ ਲਿਖਿਆ, ਔਰੰਗਜ਼ੇਬ ਨੂੰ ਭੇਜਿਆ, ਉਹਦੇ 'ਚ ਇਸ ਗੱਲ ਨੂੰ ਲਿਖਿਆ ਜੋ ਨਿਚੋੜ ਹੈ ਸਾਰੇ 10 ਗੁਰੂਆਂ ਦੀ ਸਿੱਖਿਆ ਦਾ, ਕਿ ਅਧਿਆਤਮ ਕਿ ਪ੍ਰਭੂ ਦਾ ਨਾਂ ਜਦੋਂ ਰਾਜਨੀਤੀ ਦੇ ਨਾਲ ਜੋੜ ਦਿੱਤਾ ਜਾਏ ਤਾਂ ਰਾਜਨੀਤੀ ਪਵਿੱਤਰ ਪਾਕ ਸਾਫ਼ ਹੋ ਜਾਂਦੀ ਹੈ ਔਰ ਉਹ ਲੋਕ ਭਲਾਈ ਵਾਸਤੇ ਹੀ ਕੰਮ ਹੁੰਦੇ ਨੇ। ਸਹੀ ਗੱਲ। ਅੱਗੇ ਚੱਲਦੇ ਹਾਂ। ਜ਼ਰੂਰ। ਪੰਜਾਬ ਵਿਰੋਧੀ ਭਾਜਪਾ ਦਾ ਚਿਹਰਾ ਲੋਕਾਂ ਦੇ ਸਾਹਮਣੇ ਆ ਗਿਆ ਹੈ, ਇਹ CM ਮਾਨ ਕਹਿ ਰਹੇ ਨੇ। ਹੁਣੇ ਉਹਨਾਂ ਨੇ ਰੀਸੈਂਟਲੀ ਗੱਲ ਕਹੀ ਹੈ ਕਿ ਡਬਲ ਇੰਜਨ ਵਾਲੀ ਗੱਲ ਹੈਗੀ। ਉਹਨਾਂ ਨੇ ਕਿਹਾ ਕਿ ਵਿਕਾਸ ਦੇ ਪੱਖੋਂ ਜਿਹੜਾ ਵਾ ਇਹ ਕਹਿੰਦੇ ਨਹੀਂ ਅੱਗੇ ਗਿਆ, ਪਰ ਅਸੀਂ ਆਪਣੇ ਬਲਬੂਤੇ ਜੋ ਕੁਝ ਕੰਮ ਕਰ ਰਹੇ ਹਾਂ ਲੋਕ ਉਹਨਾਂ ਤੋਂ ਜਾਣੂ ਆ। ਪਰ ਜੇ ਕੇਂਦਰ ਦੇ ਫੰਡਾਂ ਦੀ ਗੱਲ ਕੀਤੀ ਜਾਵੇ, ਕੇਂਦਰ ਦੇ ਪੈਸੇ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਪਿੱਛੋਂ ਬਿਲਕੁਲ ਉਹਨਾਂ ਨੇ ਆਪਣਾ ਖਾਲੀ ਪੀਪਾ ਵਜਾ ਦਿੱਤਾ ਵੀ ਸਾਡੇ ਕੋਲ ਪੰਜਾਬ ਲਈ ਨਹੀਂ ਹੈਗਾ। ਉਹਨਾਂ ਨੇ ਇਹ ਕਿਹਾ ਕਿ ਨਿਸਬਤ ਇਸ ਪੰਜਾਬ ਦੇ ਬਾਕੀ ਸੂਬਿਆਂ 'ਚ ਕਿੱਧਰੋਂ ਪੈਸਾ ਆ ਰਿਹਾ ਉਹਨਾਂ ਕੋਲ, ਉੱਧਰੋਂ ਪੈਸਾ ਜਿੱਥੇ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਵਾ, ਆਪਣੇ ਮੁੱਖ ਮੰਤਰੀ ਆ, ਜਿੱਥੇ ਉਹਨਾਂ ਦੇ ਚੌਧਰ ਚੱਲਦੀ ਆ, ਉੱਥੇ ਪੈਸਾ ਕੇਂਦਰ ਦਾ ਆ ਰਿਹਾ। ਉਹਨਾਂ ਨੂੰ ਅੰਦਰ ਇਹ ਕਿਹਾ ਕਿ ਸ਼ਾਇਦ ਉਹਨਾਂ ਨੂੰ ਇਸ ਧੁੰਦ 'ਚੋਂ ਲੰਘਣਾ ਪੈ ਰਿਹਾ, ਜਿੱਦਾਂ ਵੀ ਕਾਂ ਧੁੰਦ 'ਚ ਜਾ ਕੇ ਜ਼ਿਆਦਾ ਬੋਲਦਾ। ਉਹਨਾਂ ਨੂੰ ਇਹ ਲੱਗ ਰਿਹਾ ਕਿ ਪੰਜਾਬ ਕੋਲ ਤਾਂ ਪੈਸਾ ਪਹਿਲਾਂ ਬਹੁਤ ਜ਼ਿਆਦਾ ਹੈਗਾ, ਲੋਕਾਂ ਦਾ ਜਿਹੜਾ ਪੈਸੇ ਦੇ ਵਿੱਚ ਬਹੁਤ ਜ਼ਿਆਦਾ ਸਟੇਟਸ ਅੱਛਾ ਹੈਗਾ ਵਾ, ਇਕਨੋਮਿਕਲੀ ਉਹ ਬਹੁਤ ਅੱਗੇ ਪਹੁੰਚਿਆ ਹੈਗਾ ਔਰ ਉਹਦੇ ਪ੍ਰਵਾਸੀ ਭਾਰਤੀ ਬਾਹਰ ਆ, ਜਿੰਨੇ NRI ਬਾਹਰ ਨੇ, ਪੈਸਾ ਉਹਨਾਂ ਕੋਲ ਬਹੁਤ ਹੈਗਾ, ਇਹਨਾਂ ਨੂੰ ਲੋੜ ਹੀ ਨਹੀਂ। ਉਹ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਮੀਨਾਂ ਨੂੰ ਹਥਿਆਉਣ ਲਈ ਇਹਨਾਂ ਨੇ ਕਹਿਤਾ ਸੀ ਕਾਲੇ ਕਾਨੂੰਨ 3 ਬਣਾਤੇ ਸੀ, ਹੁਣ ਦੂਜੇ ਪਾਸੇ ਆ ਲੱਗੇ ਆ। ਉਹ ਕਹਿੰਦੇ ਸੈਂਟਰ ਇਸ ਵੇਲੇ ਚਿਹਰਾ ਉਹਦਾ ਬਿਲਕੁਲ ਨੰਗਾ ਹੋ ਗਿਆ ਕਿ ਪੰਜਾਬ ਲਈ ਉਹਦਾ ਕੀ ਬਿਹੇਵੀਅਰ ਆ, ਪੰਜਾਬ ਦੇ ਲਈ ਕੀ ਸੋਚ ਹੈਗੀ ਆ। ਹੁਣ ਇਹਦੇ ਵਿੱਚ ਉਹਨਾਂ ਦਾ ਇਸ ਕਰਕੇ ਨਹੀਂ ਬਣ ਰਹੀ। ਇੱਥੇ ਆਪੋਜੀਸ਼ਨ ਹੈ, ਇੱਥੇ ਆਪ ਸਰਕਾਰ ਆ, ਇੱਥੇ ਦੂਜੀ ਆਮ ਆਦਮੀ ਦੀ ਜਿਹੜੀ ਸਰਕਾਰ ਹੈ, ਦੂਜੇ ਪਾਸੇ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਉਹਨਾਂ ਦੀ ਆਪਣੀ ਸਰਕਾਰਾਂ ਹੈਗੀਆਂ। ਕਰਨਾਟਕ ਦੇ ਵਿੱਚ ਉਹਨਾਂ ਦਾ ਪੂਰਾ ਰੌਲਾ ਪਿਆ, ਪਰ ਕਰਨਾਟਕ ਦੇ ਵਿੱਚ ਉਹਨਾਂ ਨੇ ਇੰਨੀਆਂ ਸਹੂਲਤਾਂ ਦੀ ਬੁਛਾਰ ਲਾਤੀ ਆ, ਝੜੀ ਲਾਤੀ ਸਹੂਲਤਾਂ ਦੀ, ਔਰ ਉਹ ਵੇਖੋ ਇਹਨਾਂ ਦੇ ਵੀ ਦੇਣੀਆਂ ਕਿਉਂਕਿ ਸਰਕਾਰ ਬਣਾਉਣੀ ਇੱਥੇ ਆਪਣੀ, ਉਹਨਾਂ ਨੂੰ ਪਹਿਲਾਂ ਵੀ ਉਹਨਾਂ ਦੀ ਆਪਣੀ ਰਹੀ ਉੱਥੇ ਸਰਕਾਰ। ਬੰਗਲੌਰ ਦੇ ਵਿੱਚ ਪ੍ਰਧਾਨ ਮੰਤਰੀ ਜੀ ਜਦੋਂ ਬੋਲਦੇ ਨੇ ਤਾਂ ਉੱਥੇ ਪੂਰੀ ਦੇ ਪੂਰੀ ਬੁਛਾਰ ਕਰ ਦਿੰਦੇ ਵੀ ਆਹ ਅਸੀਂ ਦੇ ਦਾਂਗੇ, ਇੱਥੇ ਪੈਨਸ਼ਨਾਂ ਲਾ ਦਾਂਗੇ, ਪੜ੍ਹਾਈਆਂ ਦੇ ਲਈ ਆਹ ਦੇ ਦਾਂਗੇ, ਮੁਫਤ ਕਿਤਾਬਾਂ ਦੇ ਦਾਂਗੇ।
ਬੂਟ ਜਰਾਬਾਂ ਬੱਚਿਆਂ ਦੀਆਂ ਫ੍ਰੀ ਆਉਣਗੀਆਂ, ਬੱਚਿਆਂ ਦੇ ਲਈ ਖਾਣ ਪੀਣ ਫ੍ਰੀ ਦੇਵਾਂਗੇ, ਮਿਡ ਡੇ ਮੀਲ ਦੇਵਾਂਗੇ। ਔਰ ਇਹਦੇ ਵਿੱਚ ਇੱਧਰ ਪਤਾ ਨਹੀਂ ਕੀ ਬਿੱਲੀ ਛਿੱਕ ਜਾਂਦੀ ਹੈ, ਪੰਜਾਬ 'ਚ ਕੋਈ ਅਨਾਉਂਸਮੈਂਟ ਨਹੀਂ, ਕੁਛ ਨਹੀਂ ਹੁੰਦਾ। ਹਾਲਾਂਕਿ ਸਾਡੇ ਇੱਥੇ ਉਹਨਾਂ ਦੇ ਕੇਂਦਰ ਦੇ ਮੰਤਰੀ ਆਉਂਦੇ ਰਹਿੰਦੇ ਆ ਪੰਜਾਬ 'ਚ, ਔਰ ਉਹਦੇ ਵਿੱਚ ਮਿਲਦੇ ਵੀ ਆ ਲੋਕਾਂ ਨੂੰ, ਸਾਰਾ ਕੁਝ ਹੁੰਦਾ। ਬੀਜੇਪੀ ਇੱਥੇ ਬੈਠੀ ਹੈ, ਪੰਜਾਬ ਦੇ ਵਿੱਚ ਹੈ ਉਹਨਾਂ ਦੀ ਪਾਰਟੀ, ਜਿਹੜੀ ਨੈਸ਼ਨਲ ਪਾਰਟੀ, ਅਸ਼ਵਨੀ ਕੁਮਾਰ ਜੀ ਉਹਦੇ ਪ੍ਰਧਾਨ ਵੀ ਹੈ, ਔਰ ਆਪੋਜੀਸ਼ਨ ਕਾਂਗਰਸ ਸੀ, ਉਹ ਦੋਨੇ ਚੁੱਪ ਆ। ਦੋਨੇ ਜਿਹੜੀਆਂ ਪਾਰਟੀਆਂ ਉਹਨਾਂ ਨੇ ਕਦੀ ਗੱਲ ਨਹੀਂ ਕੀਤੀ ਕਿ ਸਾਨੂੰ ਆਹ ਨਹੀਂ ਮਿਲ ਰਿਹਾ, ਸਾਨੂੰ ਆਹ ਨਹੀਂ ਮਿਲ ਰਿਹਾ, ਅਤੇ ਇਕੱਲੀ ਆਪ ਹੀ ਬੋਲੂਗੀ ਨਾ। ਇਸ ਕਰਕੇ ਬੋਲੂ ਕਿ ਉਹ ਜਿਹੜੀ ਸਰਕਾਰ ਹੈਗਾ, ਉਹ ਤਾਂ ਜਿਹੜੀ ਹੈਗਾ ਹਕੂਮਤ ਉਹਨਾਂ ਕੋਲ ਐਡਮਿਨਿਸਟ੍ਰੇਸ਼ਨ ਆ, ਉਹਨਾਂ ਦਾ ਪ੍ਰਸ਼ਾਸਨ ਹੈ। ਦੂਜੇ ਚੁੱਪ ਕਰਕੇ ਬੈਠੇ ਵੀ ਨਾ ਆਵੇ ਸਾਰਾ ਕੁਝ, ਚੰਗੀ ਗੱਲ ਆ। ਜੇ ਉੱਧਰੋਂ ਪੈਸਾ ਆ ਗਿਆ, ਗਲੀਆਂ ਨਾਲੀਆਂ ਪੁਲ ਸਾਰੇ ਜਦੋਂ ਬਣ ਗਏ, ਸੜਕਾਂ ਬਣ ਗਈਆਂ, ਫਿਰ ਨਾ ਇਹਨਾਂ ਦਾ ਹੋ ਜਾਣਾ। ਕਿਉਂਕਿ ਜਦੋਂ ਪੈਸਾ ਬਾਹਰ ਹੁੰਦਾ ਤਾਂ ਕਈ ਵਾਰੀ ਮੁੱਖ ਮੰਤਰੀ ਜਿਹੜੇ ਇੱਥੋਂ ਦੇ ਆ ਉਹੀ ਨੀਂਹ ਪੱਥਰ ਰੱਖ ਦਿੰਦੇ ਆ, ਉਹਨੇ ਰੱਖਣਾ, ਕੇਂਦਰ ਨੇ ਤੇ ਆ ਕੇ ਨਹੀਂ ਰੱਖਣਾ। ਇਸ ਭੱਬਲ ਭੂਸੇ ਵਿੱਚ ਇਹਦੇ ਜਿਹੜੀ ਜੋ ਕੁਝ ਹੋ ਰਿਹਾ ਵਾ, ਇਹਦੇ 'ਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਆਪਸੀ ਜਿਹੜਾ ਹੈਗਾ ਇਹ ਈਰਖਾਬਾਜ਼ੀ ਚੱਲ ਰਹੀ ਆ। ਔਰ ਪੰਜਾਬ ਦੇ ਲਈ ਲੋਕ ਇਸ ਗੱਲ ਤੋਂ ਪਰੇਸ਼ਾਨ, ਸਰਕਾਰ ਤਾਂ ਚਾਹੇ ਪਰੇਸ਼ਾਨ ਜਾਂ ਨਹੀਂ ਪਰੇਸ਼ਾਨ, ਜਿਹੜੀ ਪਬਲਿਕ ਹੈ ਜਿਹਨਾਂ ਨੂੰ ਸਹੂਲਤਾਂ ਮਿਲ ਰਹੀਆਂ ਉਹ ਵਿਚਾਰੇ ਵਾਂਝੇ ਹੋ ਰਹੇ ਆ। ਉਹ ਆਂਦੇ ਵੀ ਇਹਦਾ ਮਤਲਬ ਫਿਰ ਇਹਦੇ ਬਾਅਦ ਜਿਹੜੀ ਆਪ ਆਉਂਦੀ ਨਾ, ਉਹਦੇ ਤੋਂ ਬਾਅਦ ਜੇ ਬੀਜੇਪੀ ਦੀ ਸਰਕਾਰ ਬਣ ਜਾਂਦੀ, ਬੀਜੇਪੀ ਦੀ ਸਰਕਾਰ ਬਣ ਜਾਂਦੀ, ਘੱਟੋ ਘੱਟ ਸਾਨੂੰ ਸਹੂਲਤਾਂ ਤਾਂ ਮਿਲਦੀਆਂ ਕੇਂਦਰ ਵੱਲੋਂ। ਜਿੱਦਾਂ ਆਪਾਂ ਬਹੁਤ ਵਾਰੀ ਜ਼ਿਕਰ ਕਰਦੇ ਹਾਂ, ਸਾਡੇ ਦਰਸ਼ਕਾਂ ਨੂੰ ਪਤਾ ਕਿ ਡਬਲ ਇੰਜਨ ਵਾਲੀ ਗੱਲ ਹੀ ਆ ਕਿ ਜੇ ਅੱਗੇ ਵੱਡਾ ਇੰਜਨ ਲੱਗਾ ਵਾ, ਹੈ ਨਾ, ਮੋਦੀ ਸਾਹਿਬ ਦਾ ਤਾਂ ਪਿੱਛੇ ਲੱਗਾ, ਇਹਨਾਂ ਦਾ ਬੀਜੇਪੀ ਦਾ ਜਿਹੜਾ ਇੱਥੋਂ ਦਾ, ਤਾਂ ਇੱਕ ਫੱਕ 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 ਹੋ ਕੇ ਤੇ ਪੈਸਾ ਇੱਥੇ ਆ ਕੇ ਡਿੱਗ ਪੈਂਦਾ। ਇਹ ਗੱਲ ਹੈਗੀ ਆ ਵੀ ਜਿਹਨੂੰ ਪੈਸਾ ਮਿਲਣਾ ਉਹ ਛੱਤ ਪਾੜ ਕੇ ਵੀ ਦੇਣ ਦਿਓ। ਦੇਖੋ ਬਲਕਾਰ ਜੀ, ਵੈਸੇ ਬੜੀ ਸੋਚਣ ਵਾਲੀ ਗੱਲ ਹੈ। ਮਤਲਬ ਜਿੱਥੇ ਸੀਐਮ ਸਾਹਿਬ ਦੇ ਮੁਤਾਬਿਕ, ਸੀਐਮ ਭਗਵੰਤ ਮਾਨ ਜੀ ਦੇ ਮੁਤਾਬਿਕ, ਜਿੱਥੇ ਬੀਜੇਪੀ ਦੀ ਸਰਕਾਰ ਹੈ, ਜਿਹੜੇ ਸੂਬੇ 'ਚ, ਉਹਨਾਂ ਨੂੰ ਕੇਂਦਰ ਫੈਸਿਲਿਟੀ ਦਿੰਦੀ ਹੈ, ਕਿਉਂਕਿ ਬੀਜੇਪੀ ਦੀ ਸਰਕਾਰ ਕੇਂਦਰ ਵਿੱਚ ਵੀ ਹੈ, ਡਬਲ ਇੰਜਨ ਹੋ ਗਿਆ। ਤੇ ਜਿਹੜੇ ਸੂਬੇ 'ਚ ਬੀਜੇਪੀ ਦੀ ਸਰਕਾਰ ਨਹੀਂ ਹੈ, ਉੱਥੇ ਬੀਜੇਪੀ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਫੈਸਿਲਿਟੀ ਨਹੀਂ ਦਿੰਦੀ। ਇੱਥੋਂ ਇਹ ਗੱਲ ਸਿੱਧ ਹੁੰਦੀ ਹੈ, ਮਤਰੇ ਬੱਚੇ ਆ ਨਾ, ਮਤਰੇ ਬੱਚੇ, ਜਦਕਿ ਦੇਸ਼ ਤਾਂ ਇੱਕੋ ਹੀ ਹੈ। ਹੁਣ ਜੇ ਕਿਸੇ ਸੂਬੇ ਦੇ ਵਿੱਚ ਦੂਜੀ ਪਾਰਟੀ ਦੀ ਸਰਕਾਰ ਬਣੀ ਤਾਂ ਲੋਕਾਂ ਨੇ ਬਣਾਈ ਹੈ ਨਾ, ਬਹੁਮਤ ਲੋਕਾਂ ਨੇ ਦਿੱਤਾ। ਤੁਸੀਂ ਕਈ ਵਾਰ ਇਹ ਵੀ ਐਕਸਪਰਟਸ ਕਹਿੰਦੇ ਨੇ ਕਿ ਤੁਸੀਂ ਕਈ ਸੂਬਿਆਂ ਦੇ ਵਿੱਚ ਤੋੜ ਭੰਨ ਕਰਕੇ ਆਪਣੀ ਸਰਕਾਰ ਬਣਾ ਲਈ, ਜਦਕਿ ਜਨਤਾ ਨੇ ਕਿਸੇ ਹੋਰ ਪਾਰਟੀ ਨੂੰ ਵੋਟ ਦਿੱਤਾ। ਇਹ ਵੀ ਤੁਹਾਡੇ ਉੱਤੇ ਇਲਜ਼ਾਮ ਲੱਗਦੇ ਨੇ, ਔਰ ਇਹ ਗੱਲਾਂ ਵੀ ਸਾਹਮਣੇ ਆਉਂਦੀਆਂ ਨੇ। ਹੁਣ ਜਦਕਿ ਹੋਰ ਵੀ ਚੋਣਾਂ ਡਿਊ ਨੇ, ਤਾਂ 2024 ਦੀਆਂ ਇਲੈਕਸ਼ਨਸ ਵੀ ਸਾਹਮਣੇ ਰੱਖੀਆਂ ਜਾ ਰਹੀਆਂ ਨੇ। ਸੋ ਇਹ ਸਭ ਗੱਲਾਂ ਜਿਹੜੀਆਂ ਨੇ ਡੈਮੋਕ੍ਰੇਸੀ ਵਾਸਤੇ ਤਾਂ ਠੀਕ ਨਹੀਂ ਹੈਗੀਆਂ। ਵੀ ਕਿਹੜੇ ਵੀ ਸੂਬੇ ਦੇ ਵਿੱਚ ਕਿਹੜੀ ਵੀ ਪਾਰਟੀ ਦੀ ਸਰਕਾਰ ਹੋਵੇ, ਉਹ ਜਨਤਾ ਨੇ ਚੁਣੀ ਹੈ। ਤੁਸੀਂ ਸੈਂਟਰ ਗਵਰਨਮੈਂਟ ਦੇ ਵਿੱਚ ਬੈਠੇ ਹੋ, ਤਾਂ ਜੋ ਜਿਸ ਸੂਬੇ ਦਾ ਅਧਿਕਾਰ ਹੈ, ਜੋ ਜਿੱਥੇ ਫੈਸਿਲਿਟੀ ਮਿਲਣੀ ਚਾਹੀਦੀ ਉਹ ਮਿਲਣੀ ਚਾਹੀਦੀ ਹੈ। ਵੈਸੇ ਤੁਸੀਂ ਗੱਲ ਜਨਤਾ ਦੀ ਕੀਤੀ, ਤੇ ਜਨਤਾ ਹੀ ਭੁਗਤ ਰਹੀ ਹੈ ਨਾ। ਹੁਣ ਉਹਨਾਂ ਨੂੰ ਇਹ ਵੀ ਗੱਲ ਰੜਕਦੀ ਅੰਦਰ, ਉਹਨਾਂ ਨੂੰ ਇਸ ਗੱਲ ਦਾ ਬਿਲਕੁਲ ਸੂਚਨਾ ਮਿਲ ਚੁੱਕੀ ਹੈ ਕਿ ਉਹ ਪਤਾ ਵੀ ਲੱਗਿਆ ਕਿ 92 ਸੀਟਾਂ 117 ਚੋਂ ਲੈ ਜਾਣੀਆਂ ਪਬਲਿਕ ਦੇ ਹੀ ਬਸ ਹੈਗਾ, ਪਬਲਿਕ ਨੇ ਹੀ ਸਾਰਾ ਕੁਝ ਦਿੱਤਾ। ਇਹ ਗੱਲ ਉਹਨਾਂ ਦੇ ਬਿਲਕੁਲ ਉਸ ਆਪਣੇ ਸੰਵਿਧਾਨ 'ਚ, ਜਿਹੜਾ ਉਹਨਾਂ ਦਾ ਆਪਣਾ ਨਿੱਜੀ ਸੰਵਿਧਾਨ, ਉਹ 'ਚ ਲਿਖ ਦਿੱਤੀ ਉਹਨਾਂ ਨੇ ਕਿ ਪੰਜਾਬ ਵੱਲ ਤਾਂ ਸਾਡੇ ਨਾਲ ਗੱਲ ਬਣਦੀ ਨਹੀਂ, ਕਿਉਂਕਿ ਪੰਜਾਬ ਸਾਨੂੰ ਜਾਣਦਾ ਹੀ ਨਹੀਂਗਾ। ਜਦੋਂ ਕਿ ਬੀਜੇਪੀ ਕੋਰੀ ਰਹੀ ਹੈ ਸੀਟਾਂ ਤੋਂ, ਔਰ ਅਕਾਲੀ ਦਲ 3 ਸੀਟਾਂ ਨਾਲ ਅੱਗੇ ਆਇਆ। ਇਹੀ ਹਾਲ ਕਾਂਗਰਸ ਦਾ ਰਿਹਾ। ਜਿਹੜੀਆਂ ਬਾਕੀ ਬਚਦੀਆਂ ਸੀਟਾਂ, ਉਹਦੇ ਵਿੱਚੋਂ ਬਾਕੀ ਬਚ ਗਈਆਂ ਜਿਹੜੀਆਂ 12 ਸੀਟਾਂ ਜਾਂ 14, ਉਹ ਦੂਜੀਆਂ ਸੀਟਾਂ ਲੈ ਗਏ, ਉਹ ਬਾਕੀ ਬਹੁਮਤ ਇਹ ਲੈ ਗਿਆ। ਇਸੇ ਕਰਕੇ ਉਹਨਾਂ ਦੀ ਦੁਜਾਇਗੀ ਚੱਲ ਰਹੀ ਹੈ, ਮਤਰੇਵੇ ਪੁੱਤਰਵਾਲ ਵਾਲਾ ਸਲੂਕ ਚੱਲ ਰਿਹਾ। ਇਹਨਾਂ ਨੂੰ ਤਾਂ ਇੱਥੇ ਭੁਗਤ ਕੌਣ ਰਿਹਾ? ਪੰਜਾਬ ਦੇ ਲੋਕ, ਜਿਹੜੇ ਇੱਥੋਂ ਦੇ ਨਿਵਾਸੀ ਨੇ, ਉਹ ਭੁਗਤ ਰਹੇ ਆ। ਸੈਂਟਰ ਤੋਂ ਤਾਂ ਕੁਛ ਆ ਹੀ ਨਹੀਂ ਰਿਹਾ। ਪਹਿਲਾਂ ਇਹਦੇ ਪੁਲ ਬਣ ਗਏ, ਆਪਣੇ ਸੜਕਾਂ ਬਣ ਗਏ, ਜਿਨ੍ਹਾਂ 'ਤੇ ਆਪਣੀ ਗੱਡੀਆਂ ਚੱਲ ਰਹੀਆਂ। ਪੰਜਾਬ ਅਮੀਰ ਸੂਬਾ ਹੈਗਾ, ਪੈਸਾ ਬਾਹਰੋਂ ਵੀ ਆ ਰਿਹਾ, ਪ੍ਰਵਾਸੀ ਭਾਰਤੀ NRI ਵੀ ਇੱਥੇ ਲੋਕ ਬੈਠੇ ਨੇ, ਜਵਾਨ ਮੁੰਡੇ ਵੀ ਇੱਥੇ ਬੈਠੇ ਆ, ਪੜ੍ਹਨ ਵੀ ਜਾਂਦੇ ਆ। ਬਾਹਰਲੇ ਦੇਸ਼ਾਂ ਨੂੰ ਵੀ ਇਹਨਾਂ ਨੇ ਅਮੀਰ ਕਰਤਾ, ਇੱਧਰ ਦੀਆਂ ਫੀਸਾਂ ਦੇ ਕੇ, ਔਰ ਹਵਾਈ ਜਹਾਜ਼ਾਂ ਦੇ ਉੱਤੇ ਝੂਟੇ ਲੈ ਕੇ ਬੜਾ ਕੁਝ ਕਰ ਦਿੱਤਾ। ਪੰਜਾਬ ਦਾ ਨਾਂ ਹਮੇਸ਼ਾ ਗੂੰਜਦਾ ਪੂਰੇ ਵਰਲਡ ਦੇ ਵਿੱਚ, ਪਰ ਇਹਦੇ ਨਾਲ ਜੇ ਨਹੀਂ ਗੂੰਜਿਆ ਜਾਂ ਨਹੀਂ ਕੰਨਾਂ 'ਤੇ ਜੂਨ ਸਰਕੀ, ਤੇ ਸੈਂਟਰ ਗੌਰਮੈਂਟ ਦੀ ਨਹੀਂ ਪੰਜਾਬ ਦੀ ਸਹੂਲਤਾਂ ਲਈ ਨਹੀਂ ਕੋਈ ਗੱਲਬਾਤ ਹੋਈ। ਦੇਖੋ, ਹੈ ਤਾਂ ਬੜੀ ਦੁਖਦਾਈ ਗੱਲ ਜੀ ਕਿ ਜਨਤਾ ਭੁਗਤਦੀ ਹੈ, ਠੀਕ ਹੈ ਨਾ। ਰਾਜਨੀਤੀ ਖੇਡਣ ਵਾਲੇ ਰਾਜਨੀਤੀ ਖੇਡਦੇ ਨੇ, ਪਰ ਆਮ ਲੋਕ, ਆਮ ਜਨਤਾ, ਉਹਦਾ ਕੀ ਕਸੂਰ ਹੈ, ਇਹ ਕਿਸੇ ਨੂੰ ਸਮਝ ਨਹੀਂ ਆਉਂਦਾ। ਔਰ ਇਹ ਚੱਲੀ ਜਾਂਦਾ ਪਿਆ। ਕਿੰਨੀਆਂ ਜਨਰੇਸ਼ਨਸ ਬੀਤ ਗਈਆਂ ਜਦੋਂ ਦੀ ਆਜ਼ਾਦੀ ਮਿਲੀ, 75 ਸਾਲ ਹੋ ਗਏ, ਤੀਜੀ ਪੀੜ੍ਹੀ ਆ ਗਈ ਹੈ। ਉਹੀ ਗੁਰਬਤ, ਗਰੀਬੀ ਹਟਾਓ ਉਹੀ ਚੱਲਦਾ ਪਿਆ। ਔਰ ਇੱਥੋਂ ਤੱਕ ਕਿ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਦਾ ਜੇ ਤੁਸੀਂ ਦੇਖੋ, ਉੱਥੇ ਵੀ ਇਹ ਸਲੋਗਨ ਹੈਗਾ, ਇਰੈਡੀਕੇਟ ਪਾਵਰਟੀ। ਪਾਵਰਟੀ ਕਿਹਨੇ ਦੂਰ ਕਰਨੀ ਹੈ? ਜਿਨ੍ਹਾਂ ਨੇ ਦੂਰ ਕਰਨੀ ਹੈ, ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਉਹ ਤੇ ਦੂਰ ਕਰਦੇ ਨਹੀਂ ਪਏ, ਉਹ ਤਾਂ ਆਪਣਾ ਹੀ ਸਵਾਰਨ ਲੱਗੇ ਪਏ ਨੇ। ਤੇ ਰੌਲਾ ਪਾਉਣ ਨਾਲ ਗਰੀਬੀ ਹਟਾਓ, ਇੱਦਾਂ ਥੋੜ੍ਹਾ ਗਰੀਬੀ ਹਟੇਗੀ।
ਜਿਨ੍ਹਾਂ ਦੇ ਹੱਥ 'ਚ ਪੈਸਾ ਹੈ ਉਹ ਸਾਂਭ ਕੇ ਬੈਠੇ ਨੇ, ਉਹ ਮੁੱਠੀ ਖੋਲ੍ਹਣ ਨੂੰ ਤਿਆਰ ਨੇ। ਵੈਸੇ ਗਰੀਬੀ ਤਾਂ ਹੈਗੀ ਆ, ਇੱਕ ਪਾਪੂਲੇਸ਼ਨ ਦੀ ਜਿਹੜੀ ਓਵਰ ਹੋ ਗਈ ਆ, ਪਾਪੂਲੇਸ਼ਨ ਦੂਜੀ ਹੋ ਗਈ ਆ ਮਹਿੰਗਾਈ। ਤੁਸੀਂ ਪਾਕਿਸਤਾਨ ਦੀਆਂ ਖਬਰਾਂ ਸੁਣਦੇ ਜੇ, ਨਾਲ ਹੀ ਪਾਕਿਸਤਾਨ ਆਪਣੇ, ਔਰ ਉਹਦੇ ਪੰਜਾਬ ਦੇ ਸੂਬੇ 'ਚ ਵੇਖੋ ਜਾ ਕੇ 250 ਰੁਪਏ ਤਾਂ ਕਿਲੋ ਆਟਾ ਹੀ ਹੋ ਰਿਹਾ, ਫਿਰ 350 ਰੁਪਏ ਤੇ ਪੈਟਰੋਲ ਹੀ ਆ, ਫਿਰ ਡੀਜ਼ਲ 250 ਰੁਪਏ, ਔਰ ਟਮਾਟਰ ਲੈਣੇ ਹੋਣਗੇ ਤੁਸੀਂ, ਆਟਾ ਖਰੀਦਣਾ ਹੋਊਗਾ, ਰੋਟੀ ਖਾਣੀ ਜਿਹੜੀ ਆ ਉਹ ਬੜੀ ਵੱਡੀ ਮੁਸ਼ਕਲ ਬਣ ਗਈ ਉੱਥੇ। ਔਰ ਕੀ ਗੱਲ ਮਹਿੰਗਾਈ ਜਿਹੜੀ ਹੈਗੀ ਆ ਹਰ ਕੰਟਰੀ 'ਚ ਕਿਉਂ ਹੋ ਰਹੀ ਆ, ਇਹਦੇ ਪਿੱਛੇ ਵੀ ਬੜੇ ਲਕੂਨੇ ਆ, ਇਹਦੇ ਪਿੱਛੇ ਬਹੁਤ ਕੁਝ ਹੈ। ਗੱਲ ਇਹ ਹੈ ਕਿ ਜੇ ਕਰੋਨਾ ਦੀ ਗੱਲ ਆਉਂਦੀ ਹੈ, ਜੇ ਬਿਮਾਰੀ ਦੀ ਗੱਲ ਆਉਂਦੀ ਹੈ, ਜੇ ਬੀਪੀ ਹਾਈ ਹੋਣ ਦੀ ਗੱਲ ਆਉਂਦੀ ਹੈ, ਉਹਦੇ ਪਿੱਛੇ ਵੀ ਬੜੇ ਸਿਹਤ ਵਿਭਾਗ ਦੇ ਮਹਿਕਮੇ ਆ ਲੋਕਾਂ ਨੂੰ ਪਾਗਲ ਤੇ ਮੂਰਖ ਬਣਾਉਣ ਲਈ। ਸਨ 2025 ਤੱਕ ਇੱਦਾਂ ਵਿਸ਼ਵ ਦੀਆਂ ਕਈ ਸੰਸਥਾਵਾਂ ਜੋ ਇਕਨੋਮੀ ਨੂੰ ਡੀਲ ਕਰਦੀਆਂ ਨੇ, ਕਾਲਜਿਸ ਨੇ, ਉਹ ਵੀ ਇਹ ਕਹਿੰਦੇ ਨੇ 2025 ਤੱਕ ਭਾਰਤ ਵਿੱਚ ਜੇ ਇਹੀ ਹਾਲਤ ਚੱਲਦੀ ਰਹੀ ਤਾਂ ਹੋ ਸਕਦਾ ਹੈ ਸਾਡੀ ਹਾਲਤ ਵੀ ਉਹ ਬੈਂਕਰਪਸੀ ਵਾਲੀ ਦਿਵਾਲਾ ਨਿਕਲਣ ਲੱਗ ਪਵੇ। ਜੋ ਸ਼੍ਰੀਲੰਕਾ 'ਚ ਹੋਇਆ, ਜੋ ਪਾਕਿਸਤਾਨ 'ਚ ਹੋ ਰਿਹਾ, ਜੋ ਬੰਗਲਾਦੇਸ਼ 'ਚ ਹੋ ਰਿਹਾ, ਹੋ ਸਕਦਾ ਹੈ ਜੋ ਤਿੱਬਤ ਤੇ ਉਹਦੇ ਦੇ ਨਾਲ ਨੇਪਾਲ 'ਚ ਹੋ ਰਿਹਾ, ਸਾਰਿਆਂ ਦੇਸ਼ਾਂ 'ਚ ਮਹਿੰਗਾਈ, ਵਿਕਾਸਸ਼ੀਲ ਦੇਸ਼ ਜਿਹੜੇ ਆ ਇਸੇ ਪਾਸੇ ਮਾਰੇ ਜਾਂਦੇ ਆ। ਔਰ ਕਦੋਂ ਤੱਕ ਅਸੀਂ ਵਿਕਾਸਸ਼ੀਲ ਬਣੇ ਰਹਿਣਾ, ਵਿਕਸਿਤ ਕਦੋਂ ਬਣਨਾ ਹੈ? ਬਿਲਕੁਲ 75 ਸਾਲ ਦੇ ਵਿਕਾਸਸ਼ੀਲ ਹੀ ਤੁਰੇ ਜਾਂਦੇ ਆ, ਸੈਂਚੁਰੀ ਹੋਣ ਲੱਗੀ, 100 ਸਾਲ ਹੋਣ ਲੱਗੇ ਨੇ, ਹਜੇ ਵਿਕਾਸਸ਼ੀਲ ਹੀ ਤੁਰੇ ਜਾਂਦੇ। ਸਹੀ ਗੱਲ। ਤਾਂ ਵਿਕਸਿਤ ਕਦੋਂ ਹੋਵਾਂਗੇ? ਇਹ ਸਾਡੇ ਆਪਣੇ ਹੱਥ ਹੈ। ਔਰ ਅਸੀਂ ਜੋ ਹਾਲਤ ਬਣਾ ਕੇ ਰੱਖੀ ਹੋਈ ਹੈ, ਇਹੀ ਵਿਸ਼ਵ ਦੀਆਂ ਸੰਸਥਾਵਾਂ ਕਹਿੰਦੀਆਂ ਨੇ ਸਨ 2025 ਤੱਕ ਸਾਡੇ ਵਾਸਤੇ ਬਹੁਤ ਟਾਈਟ ਸਿਚੁਏਸ਼ਨ ਹੋ ਸਕਦੀ ਹੈ ਜੇ ਅਸੀਂ ਇਹਨੂੰ ਨਾ ਮੋੜਾ ਪਾਇਆ ਇਸ ਹਾਲਾਤ ਨੂੰ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਕੇਂਦਰ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਪਰ ਪੰਜਾਬ ਵਿਕਾਸ ਪਿੱਛੋਂ ਪਿਛੜ ਰਿਹਾ ਹੈ, ਇਹ ਭਾਜਪਾ ਸਰਕਾਰ ਕਹਿ ਰਹੀ। ਹੁਣ ਉਹ ਪਲਟਵਾਰ ਹੋ ਗਿਆ, ਉਹਨਾਂ ਨੇ ਉਹਦਾ ਪਲਟਵਾਰ ਜਵਾਬ ਦਿੱਤਾ। ਇਹਦੇ 'ਚ ਹਰਦੀਪ ਪੁਰੀ ਜੀ ਨੇ ਬੋਲੇ ਨੇ ਕੱਲ੍ਹ, ਉਹਨਾਂ ਨੇ ਕਿਹਾ, ਉਹ ਕੇਂਦਰੀ ਮੰਤਰੀ ਆ, ਕਿ ਪੰਜਾਬ ਦਾ ਸੂਬਾ ਜਿਹੜਾ ਇਸ ਵੇਲੇ ਵਿਕਾਸ ਪੱਖੋਂ ਬਹੁਤ ਪਛੜਿਆ ਹੋਇਆ ਹੈ, ਔਰ ਉਹਦਾ ਜਵਾਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਚੁੱਕੇ ਆ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਬਲਬੂਤੇ ਜੋ ਕੁਝ ਕਰ ਰਹੇ ਹਾਂ ਉਹਦੇ ਨਾਲ ਵਿਕਾਸ ਤਾਂ ਅਸੀਂ ਕਰ ਰਹੇ ਹਾਂ, ਵਿਕਾਸ ਪੱਖੋਂ ਕੋਈ ਗੱਲ ਨਹੀਂ। ਜਦੋਂ ਕਹਿੰਦਾ ਲੋਕਾਂ ਨੂੰ ਜਾਂ ਪਬਲਿਕ ਨੂੰ ਪੁੱਛੋ, ਪਬਲਿਕ ਮੇਰੇ ਨਾਲ ਕੋਈ ਇਸ ਤਰ੍ਹਾਂ ਦੀ ਨਾਰਾਜ਼ਗੀ ਨਹੀਂ ਪ੍ਰਗਟਾ ਰਹੀ। ਜੇ ਪ੍ਰਗਟਾ ਰਹੀ ਹੈ ਤੇ ਸੈਂਟਰ, ਜੇ ਪ੍ਰਗਟਾ ਰਹੀ ਹੈ ਤੇ ਆਪੋਜੀਸ਼ਨ, ਜੇ ਪ੍ਰਗਟਾ ਰਹੇ ਆ ਨਾਰਾਜ਼ਗੀ ਤੋਂ ਬਾਹਰਲੇ ਸੂਬੇ ਦੀਆਂ ਬਾਕੀ ਆਪੋਜੀਸ਼ਨ ਦੀਆਂ ਸਰਕਾਰਾਂ। ਔਰ ਇਹਦੇ ਵਿੱਚ ਇਹ ਮਸਲਾ ਜਿਸ ਤਰ੍ਹਾਂ ਅੱਗੇ ਗਵਰਨਰ ਸਾਹਿਬ ਦਾ ਤੇ ਮੁੱਖ ਮੰਤਰੀ ਦਾ ਬਣਿਆ ਸੀਗਾ, ਇੱਕ ਦਾ ਮੂੰਹ ਉੱਤਰ ਵੱਲ ਤੇ ਦੂਜੇ ਦਾ ਪੱਛਮ ਵੱਲ ਹੁੰਦਾ ਸੀ, ਉਹ ਸੀਗਾ। ਇਹੀ ਮਾਮਲਾ ਹੁਣ ਸੈਂਟਰ ਕੋਲ ਆ ਗਿਆ, ਜਿੰਨੇ ਮੰਤਰੀ ਉੱਥੇ ਬੋਲ ਰਹੇ ਆ। ਔਰ ਅਸ਼ਵਨੀ ਕੁਮਾਰ ਨੇ ਵੀ ਇਹੀ ਗੱਲ ਕਹੀ ਸੀ, ਜਿਹੜੇ ਇੱਥੋਂ ਦੇ ਪ੍ਰਧਾਨ ਬੀਜੇਪੀ ਦੇ, ਵੀ ਪੰਜਾਬ ਦੇ ਵਿੱਚ ਜ਼ੀਰੋ ਵਿਕਾਸ ਹੋ ਰਿਹਾ ਔਰ ਇਹਦੇ ਵਿੱਚ ਉਹ ਨਹੀਂ ਹੈਗਾ। ਹੁਣ ਇਹਨਾਂ ਨੂੰ ਕੋਈ ਭਲਾ ਮਾਨਸ ਪੁੱਛੇ, ਜਦੋਂ ਬਾਕੀ ਸਰਕਾਰਾਂ ਬੈਠੀਆਂ ਸੀ, ਅਕਾਲੀ ਦਲ ਜਾਂ ਕਾਂਗਰਸ ਸੀ, ਉਦੋਂ ਕਿੰਨੇ ਕੁ ਲੋਕਾਂ ਨੂੰ ਘਰੇ ਰੋਟੀ ਆਉਂਦੀ ਸੀ, ਉਦੋਂ ਕਿੰਨੇ ਕੁ ਲੋਕਾਂ ਨੂੰ ਬੇਰੁਜ਼ਗਾਰੀ ਦੂਰ ਕਰ ਦਿੱਤੀ ਸੀ, ਉਦੋਂ ਕਿੰਨੀ ਕੁ ਗਰੀਬੀ ਦੂਰ ਹੋ ਗਈ ਸੀ। ਪੰਜਾਬ ਦੇ ਲੋਕ ਜੇ ਜੀਂਦੇ ਤੇ ਆਪਣੇ ਆਪ ਜੀਂਦੇ ਆ, ਗੁਰੂ ਸਾਹਿਬ ਦੇ ਉਪਦੇਸ਼ਾਂ ਨਾਲ ਜੀਉਂਦੇ ਆ, ਗੁਰੂ ਸਾਹਿਬ ਦੇ ਜਿਹੜੇ ਦਸਵੰਧ ਨਾਲ ਜੀਉਂਦੇ ਆ, ਔਰ ਗੁਰੂ ਅਸਥਾਨਾਂ ਨਾਲ ਜੀ ਰਹੇ ਆ। ਪੰਜਾਬ ਦੇ ਲੋਕਾਂ ਦਾ ਜਿਹੜਾ ਮਸਲਾ ਜਾਂ ਹਿਰਦਾ ਵਾ, ਇਹ ਵਿਸ਼ਾਲ ਆ, ਉਹ ਨਹੀਂ ਇਸ ਨਿੱਕੀ ਮੋਟੀ ਗੱਲ 'ਚ ਆਉਂਦੇ। ਔਰ ਤਦੇ ਕਰਕੇ ਪਰ ਕੈਪੀਟਲ ਇਨਕਮ ਜਿਹੜੀ ਆ ਵਰਲਡ ਦੇ ਵਿੱਚ ਪੰਜਾਬ ਮੋਹਰੀ ਰਹਿੰਦਾ ਹਮੇਸ਼ਾ ਹੀ। ਜੇ ਅਸੀਂ ਜਾਣਦੇ ਹਾਂ ਤਾਂ ਸਾਡੇ ਵਿਸ਼ਵ ਦੇ ਵਿੱਚ ਪੂਰੇ ਜਿਹੜੇ ਪੜ੍ਹਨ ਜਾ ਰਹੇ ਆ ਜਵਾਨ ਮੁੰਡੇ, ਸਾਰੇ ਵਿਸ਼ਵ ਦੇ ਵਿੱਚ ਪੰਜਾਬ ਤੋਂ ਅੱਗੇ ਹੁੰਦੇ ਆ, ਔਰ ਪੜ੍ਹਨ ਦੇ ਵਿੱਚ ਵੀ ਅੱਗੇ ਆ, ਔਰ ਖੇਡਾਂ ਵਿੱਚ ਵੀ ਅੱਗੇ ਆ। ਔਰ ਜਿੱਦਾਂ ਹੁਣ ਖੇਡਾਂ ਵਤਨ ਪੰਜਾਬ ਦੀਆਂ, ਉਹਦੇ ਵਿੱਚ ਵੀ ਬੜੇ ਮੋਹਰੀ ਰਹੇ ਆ, ਓਲੰਪਿਕ ਦੇ ਵਿੱਚ ਅੱਗੇ ਰਹੇ ਆ। ਇਹ ਗੱਲਾਂ ਰੜਕ ਜਾਂਦੀਆਂ ਬਾਕੀ ਸੂਬਿਆਂ ਨੂੰ ਕਿ ਯਾਰ ਅੱਗੇ ਕਿਉਂ ਛੋਟਾ ਜਿਹਾ ਸੂਬਾ ਕਿਉਂ ਅੱਗੇ ਚੱਲ ਜਾਂਦਾ। ਗੱਲ ਇਹ ਹੈ ਨਾ ਸਰ, ਹੁਣ 13ਵੇਂ 14ਵੇਂ ਨੰਬਰ ਤੇ ਆ ਗਏ ਆ, ਜਿਹੜੇ ਪਹਿਲੇ ਨੰਬਰ ਤੇ ਹੁੰਦੇ ਸੀ ਐਤਕੀ ਹੁਣ ਆਇਆ, ਹੁਣ ਤਾਂ ਬਹੁਤ ਪਿੱਛੇ ਚਲੇ ਗਏ ਆ। ਔਰ ਇਹ ਜੋ ਸਾਨੂੰ ਸਭ ਕੁਝ ਮਿਲੇ ਪੰਜਾਬੀਆਂ ਨੂੰ, ਕਿਉਂਕਿ ਬਾਹਰ ਜਾ ਕੇ ਤੁਸੀਂ ਦੇਖੋ ਕਿੱਥੇ ਦਾ ਕਿੱਥੇ ਖੜਾ ਕੀਤਾ, ਔਰ ਆਜ਼ਾਦੀ ਵੇਲੇ ਉੱਥੋਂ ਉਜੜੇ ਹੋਏ ਆਏ ਆ ਪਾਕਿਸਤਾਨ ਤੋਂ, ਇੱਥੇ ਆ ਕੇ ਫਿਰ ਮਹਿਲ ਖੜੇ ਕਰ ਦਿੱਤੇ। ਸੋ ਇਹ ਪੰਜਾਬੀਆਂ ਦੇ ਖੂਨ 'ਚ ਇਹ ਚੀਜ਼ ਹੈਗੀ ਹੈ, ਜੇ ਪੂਰੀ ਫੈਸਿਲਿਟੀ ਦਿੱਤੀ ਜਾਵੇ, ਖਿੱਚਿਆ ਨਾ ਜਾਵੇ, ਲੱਤਾਂ ਬਾਹਰ ਪਿੱਛੇ ਨੂੰ ਨਾ ਖਿੱਚੀਆਂ ਜਾਣ, ਤਾਂ ਇਹ ਖੂਨ 'ਚ ਹੈ ਪੰਜਾਬੀਆਂ ਦੇ ਕਿ ਫਟਾਫਟ ਮਹਿਲ ਉਸਾਰ ਦਿੰਦੇ ਨੇ। ਸੋ ਜਿੱਥੋਂ ਤੱਕ ਇਹ ਗੱਲ ਹੈ ਕਿ ਕੇਂਦਰ ਤੇਜ਼ੀ ਨਾਲ ਤਰੱਕੀ ਕਰ ਰਿਹਾ ਤੇ ਪੰਜਾਬ ਵਿਕਾਸ ਪੱਖੋਂ ਪਿਛੜਿਆ ਹੋਇਆ ਹੈ, ਵਿਕਾਸ ਨਹੀਂ ਕਰ ਰਿਹਾ, ਵਿਕਾਸ ਪੱਖੋਂ ਪਿਛੜਿਆ ਹੈ, ਉਹਦੇ ਕਾਰਨ ਕੀ ਨੇ? ਜੇ ਕਾਰਨ ਘੋਖੇ ਜਾਣ ਤਾਂ ਕਿਤੇ ਨਾ ਕਿਤੇ ਸ਼ਾਇਦ ਐਕਸਪਰਟ ਮੰਨਦੇ ਨੇ ਕਿ ਇਹ ਨਿਕਲੇਗਾ ਕਿ ਪੰਜਾਬ ਨੂੰ ਤਰੱਕੀ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇੱਕ ਕਾਰਨ ਤਾਂ ਆਪਾਂ ਹੁਣੇ ਕਰ ਲਿਆ, ਜਿਹੜਾ ਮੇਜਰ ਕਾਜ਼ਜ਼ ਆਫ ਡਿਵੈਲਪਮੈਂਟ ਆ, ਹੁਣੇ ਕੀਤਾ ਆਪਾਂ, ਕਿ ਜਿਹੜਾ ਸੈਂਟਰ ਨੇ ਇਹਦੇ ਵੱਲੋਂ ਮੂੰਹ ਮੋੜ ਲਿਆ। ਇਹ ਤਾਂ ਬਣਦਾ ਹੀ ਹੈਗਾ ਕਿ ਜਦੋਂ 50% ਸੈਂਟਰ ਦਿੰਦਾ, ਕੁਝ ਮਸਲੇ ਜਿਹੜੇ ਐਜੂਕੇਸ਼ਨ ਦੇ ਹੈਗਾ ਜਿਸ 'ਚ ਆਪਾਂ ਡੀਸੈਂਟਰਲਾਈਜ਼ ਕਰਦੇ ਹਾਂ, ਉਹਦੇ 'ਚ ਇਹਦੀ ਪਾਲਿਸੀ ਜਿਹੜੀ ਆ ਜਿਹੜਾ ਕੇਂਦਰੀਕਰਨ ਆ, ਜਿਹਦੇ 'ਚ ਸੈਂਟਰ ਦਾ ਨਾਲ ਇਹ 'ਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਆ। ਕੁਝ ਵਿਸ਼ਿਆਂ 'ਤੇ ਜਿਹੜਾ ਸਾਰਾ ਕੁਝ ਉਹ ਪੰਜਾਬ ਹੀ ਕਰਦਾ,
ਹੈ ਨਾ। ਪੰਜਾਬ ਨੇ ਐਜੂਕੇਸ਼ਨ ਵੱਲ ਵੇਖਣਾ ਹੈਗਾ, ਸਿਕਿਉਰਿਟੀ ਵੱਲ ਵੇਖਣਾ ਹੈਗਾ, ਔਰ ਇਹਨਾਂ ਚੀਜ਼ਾਂ ਵੱਲ ਤਾਂ ਹੈ ਹੀ ਆ। ਔਰ ਕਦੀ ਤੋਂ ਕਹਿੰਦੇ ਉਗਰਵਾਦ ਫੈਲ ਗਿਆ ਪੰਜਾਬ 'ਚ, ਪੰਜਾਬ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਨਾ, ਪੰਜਾਬ ਵਿੱਚ ਖੂਨ ਖਰਾਬਾ ਹੋ ਰਿਹਾ। ਪੰਜਾਬ ਹੀ ਕਰਕੇ ਕਈ ਗੱਲਾਂ ਕਰ ਦਿੰਦੇ ਆ, ਜਦੋਂ ਕਿ ਇੱਥੋਂ ਦੇ ਵਸਨੀਕ ਰਹਿ ਰਹੇ ਉਹਨਾਂ ਨੂੰ ਪਤਾ ਹੈਗਾ ਕਿ ਜਿਹੜੀ ਬਣ ਰਹੀ ਹੈ ਜੋ ਸਟੇਟਸ ਹੈਗਾ ਪੰਜਾਬ ਦਾ ਇਹਨਾਂ ਗੱਲਾਂ ਦੇ ਵਿੱਚ, ਉਹ ਬਾਹਰਲੇ ਸੂਬਿਆਂ ਤੋਂ ਬਿਲਕੁਲ ਥੱਲੇ ਹੈਗਾ ਅਪਰਾਧਿਕ ਮਾਮਲਿਆਂ ਵਿੱਚ, ਉਹ ਬਾਹਰਲੇ ਸੂਬਿਆਂ 'ਚ ਜ਼ਿਆਦਾ। ਕਿਉਂਕਿ ਇੱਥੇ ਖੰਨਾ ਜੀ ਸਾਡੇ ਦਰਸ਼ਕ ਜਾਣਦੇ ਇੱਥੇ ਭੁੱਖਮਰੀ ਨਹੀਂ ਹੈਗੀ ਬਹੁਤ। ਜੇ ਕੋਈ ਭੁੱਖਾ ਬੰਦਾ ਵੀ ਗੁਰੂ ਘਰ ਜਾ ਕੇ ਗੁਰੂ ਦਾ ਲੰਗਰ ਛਕਦਾ, ਜਾ ਚਲੇ ਜਾਂਦਾ, ਉਹਨੂੰ ਕੱਪੜੇ ਮਿਲਦੇ ਆ, ਦਸਤਾਰਾਂ ਮਿਲਦੀਆਂ, ਸਾਰਾ ਕੁਝ ਮਿਲਦਾ। ਉਹ ਨਹੀਂ ਹੈਗਾ ਬਾਹਰਲੇ ਸੂਬਿਆਂ 'ਚ। ਤੁਸੀਂ ਝਾਤੀ ਮਾਰ ਕੇ ਦੇਖੋ, ਰੋਟੀ ਤੋਂ ਤੇ ਪਾਣੀ ਤੋਂ ਭੁੱਖੇ ਲੋਕ ਹੈਗੇ, ਇੱਕ ਨਾ ਮਾੜੀ ਹਾਲਤ। ਮੈਂ ਕੋਟ ਕਰਾਂਗਾ ਇੱਕ ਵਿਦੇਸ਼ ਦੀ, ਕਿਸੇ ਦੇਸ਼ ਦੀ, ਹੁਣ ਦੇਸ਼ ਦਾ ਨਾਂ ਤਾਂ ਮੈਨੂੰ ਨਹੀਂ ਪਤਾ, ਚੇਤੇ ਨਹੀਂ ਹੈ, ਕਿਸੇ ਵਿਦੇਸ਼ ਦੇ ਵਿੱਚ ਇੱਕ ਕੋਰਟ ਦੇ ਵਿੱਚ, ਅਦਾਲਤ ਦੇ ਵਿੱਚ ਇੱਕ ਬੰਦੇ ਨੂੰ ਸਜ਼ਾ ਹੋਣ ਲੱਗੀ ਤੇ ਜੱਜ ਨੇ ਪੁੱਛਿਆ ਤੇਰੀ ਸਜ਼ਾ ਇਹ ਨਿਸ਼ਚਿਤ ਕਰਨ ਲੱਗੇ ਆ ਤੇ ਉਹਦਾ ਕਸੂਰ ਕੀ ਸੀ? ਉਹਨੇ ਰੋਟੀ ਚੋਰੀ ਕੀਤੀ ਸੀ ਕਿਤੋਂ, ਰੋਟੀ ਚੋਰੀ ਕਰਕੇ ਖਾਧੀ ਸੀ, ਬ੍ਰੈਡ ਚੋਰੀ ਕਰਕੇ ਖਾਧੀ ਸੀ, ਇਹ ਉਹਦੀ ਮਤਲਬ ਜੁਰਮ ਸੀ ਤੇ ਉਹਨੂੰ ਜੱਜ ਨੇ ਸਜ਼ਾ ਦੇਣੀ ਸੀ। ਤੇ ਸਜ਼ਾ ਦੇਣ ਲੱਗੇ ਜੱਜ ਨੇ ਕਿਹਾ ਕਿ ਅੱਗੇ ਤੋਂ ਨਾ ਰੋਟੀ ਨਾ ਕੁਝ ਚੋਰੀ ਕਰੀ, ਤੂੰ ਪਤਾ ਕਰ ਲਈ ਤੇਰੇ ਨੇੜੇ ਤੇੜੇ ਇਲਾਕੇ 'ਚ ਕਿਤੇ ਕੋਈ ਗੁਰਦੁਆਰਾ ਹੈਗਾ, ਉੱਥੇ ਜਾ ਕੇ ਰੋਟੀ ਖਾ ਲੈ ਤੇ ਤੈਨੂੰ ਰੋਟੀ ਚੋਰੀ ਨਹੀਂ ਕਰਨੀ ਪੈਣੀ। ਇਹ ਵਿਦੇਸ਼ ਦੀ ਇੱਕ ਕੋਰਟ ਦੇ ਵਿੱਚ ਜਜਮੈਂਟ ਦੇ ਵਿੱਚ ਲਿਖਿਆ। ਨਹੀਂ, ਪੂਰਾ ਵਰਲਡ 'ਚ ਪਤਾ ਹੈਗਾ ਕਿ ਗੁਰੂ ਸਾਹਿਬ ਦੀ ਜਿਹੜੀ ਪਰੰਪਰਾ ਹੈ, ਅਟੁੱਟ ਗੁਰੂ ਕਾ ਲੰਗਰ ਜਿਹੜਾ ਹੈਗਾ 24 ਆਵਰ ਚੱਲਦਾ ਰਹਿੰਦਾ, ਹਰ ਜਿੱਥੇ ਲੰਗਰ ਦੀ ਪ੍ਰਥਾ ਹੈ। ਔਰ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਹੈ। ਸੱਚਾ ਸੌਦਾ ਜਦੋਂ ਕੀਤਾ ਉਹਨਾਂ ਨੇ 20 ਰੁਪਇਆ ਨਾਲ, ਜੋ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਪੈਸੇ ਦਿੱਤੇ ਸੀ, ਉਹਨਾਂ ਨੇ ਉਧਰ ਲਾ ਦਿੱਤੇ ਕਿ ਜਦੋਂ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ, ਉਸ ਤੋਂ ਬਾਅਦ ਇਹ ਪਰੰਪਰਾ ਬਣ ਗਈ। ਫਿਰ ਇਹਨੂੰ ਕੰਟੀਨਿਊ ਲਗਾਤਾਰ ਰੱਖਿਆ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ। ਉਦੋਂ ਬਾਅਦ ਫਿਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਤੋਂ ਸ਼ੁਰੂ ਰੱਖਿਆ। ਔਰ ਅਕਬਰ ਵਰਗੇ ਮਹਾਨ ਬਾਦਸ਼ਾਹ ਜਿਹੜੇ ਆ ਉਹ ਇੱਥੋਂ ਲੰਗਰ ਛਕ ਕੇ ਗਏ ਆ, ਔਰ ਉਹਨਾਂ ਨੇ ਬਹੁਤ ਸਹਾਰਨਾ ਕੀਤੀ ਹੈ ਕਿ ਇੰਨਾ ਕੁਛ ਤਾਂ ਕਿਸੇ ਵੀ ਧਰਮ ਵਿੱਚ ਹੈ ਨਹੀਂ। ਇਹ ਅਕੀਦਾ, ਇਹ ਜਿਹੜੀ ਪਰੰਪਰਾ ਹੈਗੀ ਆ ਸਾਰੇ ਧਰਮਾਂ ਵਿੱਚ ਤਾਂ ਹੈ, ਪਰ ਜਿਹੜੀ ਵੱਡੀ ਜਿਹੜੀ ਪਰੰਪਰਾ ਹੈ ਇਹ ਖਾਲਸਾ ਪੰਥ ਨੇ ਸ਼ੁਰੂ ਕੀਤੀ ਹੈ, ਔਰ ਦਰਬਾਰ ਸਾਹਿਬ ਅੱਜ ਵੀ ਵੇਖੀ ਜਾ ਸਕਦੀ ਹੈ ਜੀ। ਔਰ ਜੋ ਛਬੀਲ ਦੀ ਪ੍ਰਥਾ ਹੈ ਉਹ ਸਾਡੇ ਪੰਜਾਬ 'ਚ ਹੀ ਮਿਲਦੀ ਹੈ, ਔਰ ਸਾਡੇ ਪੰਜਾਬ ਤੋਂ ਹੀ ਬਾਕੀ ਥਾਂ ਤੇ ਗਈ ਹੈ। ਬਾਕੀ ਰਿਹਾ ਕਿ ਪੁਰਾਣੀਆਂ ਚੀਜ਼ਾਂ ਤੋਂ ਤਾਂ ਅਸੀਂ ਨਵੀਆਂ ਚੀਜ਼ਾਂ ਕੱਢਦੇ ਹੀ ਹਾਂ। ਪੁਰਾਣੇ ਟਾਈਮ ਦੇ ਵਿੱਚ ਪਿਆਊ ਹੁੰਦੇ ਸੀ ਥਾਂ ਥਾਂ ਦੇ ਉੱਤੇ, ਲੋਕੀ ਜਿਹੜੇ ਜਾਂਦੇ ਸੀ, ਯਾਤਰੂ ਜਾਂਦੇ ਸੀ, ਉਹਨਾਂ ਵਾਸਤੇ ਪਿਆਊ ਬਣੇ ਹੁੰਦੇ ਸੀ, ਲੋਕ ਖੂਹ ਬਣਵਾਉਂਦੇ ਸੀ, ਬਾਵੜੀਆਂ ਬਣਵਾਉਂਦੇ ਸੀ। ਉਹ ਵੀ ਪ੍ਰਥਾ ਹੈ ਸਾਡੀ, ਅਸੀਂ ਲੈਂਦੇ ਉੱਥੋਂ ਹੀ ਹਾਂ। ਪਰ ਜਦੋਂ ਉਹਨੂੰ ਅੱਗੇ ਲੈ ਕੇ ਤੁਰਦੇ ਹਾਂ, ਉਹ ਸਿਲਸਿਲਾ ਟੁੱਟਣ ਨਹੀਂ ਦਿੰਦੇ। ਉੱਥੇ ਫਿਰ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਨਹੀਂ। ਜਿੱਥੇ ਹੁਣ ਕੱਲ੍ਹ ਭਾਈ ਕਨ੍ਹਈਆ ਜੀ ਦਾ ਜਨਮ ਦਿਵਸ ਸੀਗਾ, ਔਰ ਜੇ ਉਹਨਾਂ ਦੀ ਇਤਿਹਾਸ 'ਤੇ ਝਾਤੀ ਮਾਰੀਏ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਟਾਈਮ 'ਤੇ ਯੁੱਧਾਂ ਵਿੱਚ, ਭੰਗਾਣੀ ਦੇ ਯੁੱਧ ਵਿੱਚ, ਔਰ ਜਦੋਂ ਅਨੰਦਪੁਰ ਸਾਹਿਬ ਦੇ ਵਿੱਚ ਮੁਗਲ ਆਏ ਆ, ਉਹਨਾਂ ਨੇ ਉਹ ਸਾਰਿਆਂ ਨੂੰ ਪਾਣੀ, ਉਹਨਾਂ ਮਸ਼ਕ ਬੰਨੀ ਹੁੰਦੀ ਸੀ ਪਿੱਛੇ, ਜਿਹੜੇ ਤਰਾਏ ਪਾਏ, ਚਾਹੇ ਦੁਸ਼ਮਣ ਆ ਚਾਹੇ ਉਹਨਾਂ ਦਾ ਆਪਣਾ ਸਿੱਖ ਪੰਥ ਦੇ ਨਾਲ ਕੋਈ ਯੋਧਾ ਲੜ ਰਿਹਾ, ਉਹਨੂੰ ਵੀ ਪਾਣੀ, ਦੁਸ਼ਮਣ ਨੂੰ ਵੀ ਪਾਣੀ। ਜਿਹਦੇ 'ਤੇ ਕੋਈ ਘਾਵ ਲੱਗ ਗਿਆ, ਜ਼ਖਮ ਹੈਗਾ, ਉੱਤੇ ਵੀ ਪੱਟੀ, ਉਹਦੇ ਵੀ ਪੱਟੀ। ਔਰ ਇਹ ਭਾਈ ਕਨ੍ਹਈਆ ਜੀ ਦੀ ਸੋਚ ਸੀਗੀ ਕਿ ਜਿਹੜਾ ਮਨੁੱਖ ਹੈ ਮਨੁੱਖ ਹੀ ਆ, ਲੜਦਾ ਤਾਂ ਉਹ ਹੈਗਾ ਕਿਸੇ ਬਾਦਸ਼ਾਹ ਦੇ ਤਹਿਤ, ਉਹਦੇ ਹੁਕਮ ਨਾਲ, ਪਰ ਮਾਰਦਾ ਤਾਂ ਜੇ ਉਹਨਾਂ ਦੇ ਕਿਰਪਾਨ ਜਾਂ ਉਹਨਾਂ 'ਤੇ ਛਵੀ ਜਾਂ ਉਹਦੇ 'ਤੇ ਕੋਈ ਗਰਨੇਡ ਮਾਰਦਾ, ਗਰਨੇਡ ਤਾਂ ਚੱਲ ਹੁੰਦੇ ਨਹੀਂ ਸੀ, ਜੋ ਕੁਛ ਉਹ ਹਮਲਾ ਕਰਦਾ ਉਹ ਉਹਨਾਂ ਦੇ ਆਪਣੇ ਹਮਲਾਵਰਾਂ ਦੇ ਜਾਂ ਆਪਣੇ ਜਿਹੜੇ ਬਾਦਸ਼ਾਹ ਉਹਨਾਂ ਦੇ ਕਹੇ 'ਤੇ। ਉਹਨਾਂ ਨੇ ਕਿਹਾ ਮਨੁੱਖ ਤਾਂ ਮਨੁੱਖ ਹੈ। ਕਿੱਡੀ ਵੱਡੀ ਸੋਚ ਹੈ ਇਹ, ਜਿਹੜੀ ਸੋਚ ਹੈ ਪੂਰੇ ਹਿੰਦੁਸਤਾਨ ਵਿੱਚ ਅਤੇ ਪੂਰੇ ਵਿਸ਼ਵ ਵਿੱਚ ਸਿੱਖ ਜਿੱਥੇ ਵੀ ਸੰਪਰਦਾਇ ਬੈਠੀ ਹੈ ਉਹ ਫੈਲਾ ਰਹੇ ਆ, ਕਰ ਰਹੇ, ਸਾਰਿਆਂ ਦਾ ਭਲਾ ਕਰ ਰਹੇ ਜੀ। ਔਰ ਇੱਦਾਂ ਹੀ ਭਲਾ ਕਰਦੇ ਰਹਿਣ, ਔਰ ਸਾਰੀ ਦੁਨੀਆ ਇੱਦਾਂ ਭਲਾ ਕਰੇ ਤੇ ਇਹ ਸਾਰੇ ਮਾਮਲੇ ਨਜਿੱਠੇ ਜਾਣ, ਜਿਹੜੀਆਂ ਪੰਗੇ ਪਏ ਹੋਏ ਨੇ ਪੂਰੀ ਦੁਨੀਆ ਦੇ ਵਿੱਚ। ਚਲੋ ਆਪਾਂ ਅੱਗੇ ਵਧੀਏ। ਲੁਧਿਆਣਾ ਗਿਆਸਪੁਰ ਜ਼ਹਿਰੀਲੀ ਗੈਸ ਮੈਜਿਸਟ੍ਰੇਟ ਰਿਪੋਰਟ ਸਰਕਾਰ ਨੂੰ ਸੌਂਪੀ ਗਈ। ਇਹ ਬਹੁਤ ਮਾੜਾ ਹੋਇਆ ਜਿਹੜੀ ਜ਼ਹਿਰੀਲੀ ਗੈਸ ਲੀਕ ਹੋਈ ਹੈ। ਹੁਣ ਕਾਨੂੰਨ ਆਪਣੀ ਕਾਰਵਾਈ ਕਰਦਾ ਪਿਆ ਸਮੇਂ ਦੇ ਉੱਤੇ। ਜਿੰਨੇ ਵੀ ਉੱਥੇ ਸਾਇੰਸਦਾਨ ਗਏ ਆ ਜਿਨ੍ਹਾਂ ਨੇ ਰਿਪੋਰਟ ਤਿਆਰ ਕੀਤੀ ਹੈ, ਮੈਜਿਸਟ੍ਰੇਟ ਰਿਪੋਰਟ ਤਿਆਰ ਕਰਕੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਆ। ਉਹਦੇ ਵਿੱਚ ਮੋਨੋਆਕਸਾਈਡ ਇੱਕ ਗੈਸ ਹੁੰਦੀ ਹੈ ਜਿਹੜੀ ਬੇਹੋਸ਼ ਕਰ ਦਿੰਦੀ ਹੈ, ਉਹ ਸੀਵਰੇਜ ਦੇ ਵਿੱਚ ਜਾ ਕੇ ਉੱਥੋਂ ਲੀਕ ਹੋਈ ਹੈ। ਸੀਵਰੇਜ 'ਤੇ ਕਿਤੇ ਟੱਕਣ ਨਹੀਂ ਸੀ, ਕੁਛ ਨਹੀਂ ਗਾ। ਐਕਚੁਅਲੀ ਜਿਹੜੀ ਵਾਧੂ ਵੇਸਟ ਉੱਧਰੋਂ ਆ ਰਿਹਾ ਸੀ ਪਾਣੀ, ਜਾਂ ਉੱਧਰੋਂ ਬਾਈ ਪ੍ਰੋਡਕਟ ਬਣ ਕੇ ਆ ਰਹੀਆਂ ਸੀ, ਜੋ ਵੇਸਟੇਜ ਆ ਰਹੀ ਸੀ ਉਹ ਸੀਵਰੇਜ 'ਚ ਪੈਂਦੀ ਸੀ, ਉਹ ਸਾਰੇ ਮੁਹੱਲੇ 'ਚ, ਸਾਰੇ ਕਲੋਨੀ 'ਚ ਫੈਲ ਗਈ। ਲੋਕ ਬੇਹੋਸ਼ ਹੋ ਗਏ। ਜਿਸ ਤਰ੍ਹਾਂ ਕਿ ਜ਼ਿਕਰ ਕੀਤਾ ਸੀ, ਇੱਕ ਡਾਕਟਰ ਫੈਮਿਲੀ ਉਹ ਮਾਰੀ ਗਈ ਹੈ। ਇੱਕ ਨਵਾਂ ਵਿਆਹ ਸੀ ਉਹਨਾਂ ਦੇ ਘਰ, ਉਹ ਉਹਨਾਂ ਦੇ ਕਾਰਡ ਵੰਡ ਕੇ ਆਏ ਸੀ, ਹਲਵਾਈ ਲਾਏ ਸੀ, ਉਹਦੇ 'ਚ ਸਾਰੇ ਸ਼ਗਨਾਂ ਦੇ ਗੀਤ ਗਾ ਰਹੇ ਸੀਗੇ, ਉੱਥੇ ਮਾਤਮ ਛਾ ਗਿਆ, ਉਹ ਵੀ ਮਾਰੇ ਗਏ। ਔਰ ਲੋਕ ਛੱਤਾਂ 'ਤੇ ਚੜ੍ਹੇ, ਉੱਥੋਂ ਤੱਕ ਵੀ ਗੈਸ ਚੜ੍ਹ ਗਈ।
ਔਰ ਇਹਦੇ ਵਿੱਚ ਇੰਨੀ ਵੱਡੀ ਤਰਾਸਦੀ, ਐਡਾ ਵੱਡਾ ਦੁਖਾਂਤ, ਇੰਨੀ ਵੱਡੀ ਟ੍ਰੈਜਡੀ ਜਿਹੜੀ ਪੰਜਾਬ ਵਿੱਚ ਹੋਈ ਆ, ਉਹਦੇ ਵਿੱਚ ਕੋਈ ਪੋਲੀਟਿਕਸ ਨਹੀਂ ਹੈ, ਸਿਰਫ ਇਹ 'ਚ ਹੈਗਾ ਜਿਹੜੇ ਲੋਕ ਉੱਤੇ ਇੰਡਸਟਰੀ ਬਣਾ ਰਹੇ ਆ, ਜਿਹੜੇ ਸਨਅਤ ਨੇ ਸ਼ੁਰੂ ਕਰ ਦਿੱਤੀ ਆ, ਉਹਨਾਂ 'ਤੇ ਇੱਕ ਤਾਂ ਸਰਕਾਰ ਆ ਜਿਹੜੀ ਮੌਜੂਦਾ ਵੀ ਹੈਗੀ ਹੈ, ਪੁਰਾਣੀਆਂ ਸਰਕਾਰਾਂ ਨੇ ਕੋਈ ਪਾਬੰਦੀ ਨਹੀਂ ਲਾਈ, ਜਦੋਂ ਕਿ ਆਰਡਰ ਹੈਗਾ ਕਿ ਜਦੋਂ ਜਿੱਥੇ ਵਸਨੀਕ ਰਹਿ ਰਿਹਾ, ਜਿੱਥੇ ਕਲੋਨੀ ਆ, ਉੱਥੇ ਡੇਅਰੀ ਨਹੀਂ ਹੋਏਗੀ, ਜਿੱਥੇ ਦੁੱਧ ਪੈਦਾ ਕਰਦੇ ਆ, ਮੱਝਾਂ ਗਾਵਾਂ ਹੁੰਦੀਆਂ, ਉਹ ਬਾਹਰ ਕੱਢ ਦਿੱਤੀਆਂ ਸੀ ਕਾਰਪੋਰੇਸ਼ਨ ਦੀ ਹੱਦ ਤੋਂ ਬਾਹਰ। ਦੂਜਾ, ਜਿੱਥੇ ਵਸਨੀਕ ਰਹਿ ਰਿਹਾ ਉੱਥੇ ਸਨਅਤ ਇੰਡਸਟਰੀ ਨਹੀਂ ਹੋਣੀ ਚਾਹੀਦੀ, ਇੰਡਸਟਰੀਅਲ ਏਰੀਆ ਵੱਖਰੇ ਹੈਗੇ, ਇੰਡਸਟਰੀਅਲ ਹੱਬ ਵੱਖਰੀ ਹੈਗੀ ਆ। ਇਹ ਗਿਆਸਪੁਰਾ ਦੇ ਵਿੱਚ ਉਹ ਇੰਡਸਟਰੀਆਂ ਲੱਗ ਗਈਆਂ, ਇਹ ਬਿਮਾਰੀ ਤਾਂ ਫੈਲਣੀ, ਇਹਦੇ ਵਿੱਚ ਗੈਸਾਂ ਆਉਣੀਆਂ ਸੀ, ਮੋਨੋਆਕਸਾਈਡ ਦਾ ਆਪਾਂ ਜ਼ਿਕਰ ਕੀਤਾ, ਹਾਈਡਰੋਜਨ ਗੈਸਿਸ ਜਿਹੜੀਆਂ ਹੁੰਦੀਆਂ ਬਲਨਸ਼ੀਲ ਹੁੰਦੀਆਂ, ਕਾਰਬਨ ਡਾਈਆਕਸਾਈਡ ਜ਼ਿਆਦਾ ਹੋ ਜਾਂਦੀ ਹੈ, ਜਦੋਂ ਉਦੋਂ ਉੱਥੋਂ ਆਉਣਾ ਸ਼ੁਰੂ ਹੋ ਜਾਂਦਾ, ਆਕਸੀਜਨ ਦੀ ਘਾਟ ਹੋ ਗਈ। ਸਾਇੰਟਿਸਟ ਦੀ ਇਹ ਪੂਰੀ ਰਿਪੋਰਟ ਹੈਗੀ ਆ, ਔਰ ਰਿਪੋਰਟ ਉਹਨਾਂ ਦੇ ਦਿੱਤੀ ਹੈ। ਸਿੱਟ ਇੱਕ ਬਣ ਗਈ ਸਪੈਸ਼ਲ ਜਿਹੜੀ ਫੋਰਸ ਵੀ ਆ, ਉਹ ਵੀ ਗਈਆਂ ਉੱਥੇ, ਉਹਨਾਂ ਨੇ ਲੋਕੇਸ਼ਨ ਵੱਖਰੀਆਂ ਤੋਂ ਮਜ਼ਦੂਰਾਂ ਨੂੰ ਕੱਢਿਆ ਹੈਗਾ, ਬਹੁਤੇ ਮਜ਼ਦੂਰ ਵੀ ਮਰੇ ਆ, ਉਹ 11 ਤੇ 21 ਦਿਨ ਹੀ ਮਰ ਗਏ, ਬਾਕੀ ਜੇ ਵਿਚਾਰੇ ਬੇਹੋਸ਼ ਪਏ ਆ। ਔਰ ਉਹਦੇ ਵਿੱਚ ਦੇਖ ਲਓ, ਇਹ ਦੁਖਾਂਤ ਜਦੋਂ ਵਾਪਰਦੇ ਆ, ਇਹ ਲਾਪਰਵਾਹੀ ਆ। ਲਾਪਰਵਾਹੀ ਕਿਉਂ ਹੈਗੀ ਆ ਕਿ ਇਹਦੇ 'ਚ ਇੰਡਸਟਰੀਲਾਈਜ਼ ਏਰੀਆ ਨਹੀਂ ਹੋਣਾ ਚਾਹੀਦਾ, ਜਿੱਥੇ ਲੋਕ ਰਹਿ ਰਹੇ ਆ ਉੱਥੋਂ ਦੂਰ ਹੋਣਾ ਚਾਹੀਦਾ। ਬੱਚੇ ਬੁੜੇ ਉੱਥੇ ਰਹਿ ਰਹੇ ਆ, ਕਿਉਂਕਿ ਉੱਥੇ ਜਦੋਂ ਹਵਾ ਮਾੜੀ ਆ ਗਈ, ਉਹਨਾਂ ਲਈ ਜੀਣਾ ਮੁਸ਼ਕਿਲ ਹੋ ਜੂਗਾ, ਮੁਹਾਲ ਹੋ ਜੂਗਾ। ਇਹ ਗਲਤ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਸਾਨੂੰ ਮਰਵਾ ਰਹੀਆਂ। ਭੋਪਾਲ ਗੈਸ ਕਾਂਡ 1984 ਵਿੱਚ ਹੋਇਆ ਸੀ, ਉਦੋਂ ਕਿੰਨੇ ਲੋਕ ਮਾਰੇ ਗਏ ਸੀ, ਇੰਦੌਰ ਤੱਕ ਹਵਾ ਆ ਗਈ ਸੀ, ਔਰ ਉਹ ਦੁਖਾਂਤ ਨੂੰ ਲੋਕ ਅਜੇ ਵੀ ਉਸੇ ਤਰ੍ਹਾਂ ਯਾਦ ਰੱਖਦੇ ਆ ਕਿ ਬਹੁਤ ਹੌਰੀਬਲ ਸੀਗਾ, ਬਹੁਤ ਜ਼ਿਆਦਾ ਨੁਕਸਾਨਦੇਹ ਸੀਗਾ। ਫਿਰ ਵੀ ਅਸੀਂ ਮੌਤ ਨੂੰ ਆਵਾਜ਼ਾਂ ਮਾਰਦੇ ਹਾਂ, ਫਿਰ ਵੀ ਅਸੀਂ ਇੰਡਸਟਰੀਆਂ ਉੱਥੇ ਲਾ ਦਿੰਦੇ ਹਾਂ। ਇੰਡਸਟਰੀ ਤੋਂ ਤਾਂ ਬਚਾਅ ਹੋ ਸਕਦਾ, ਜ਼ਿੰਦਗੀ ਤੋਂ ਜਿਹੜੀ ਊਣੇ ਹੋ ਗਏ ਸੀ, ਜਿਹੜੇ ਜਵਾਨ ਮਾਰੇ ਗਏ, ਬੁੜੇ ਮਾਰੇ ਗਏ, ਵਿਚਾਰੀਆਂ ਔਰਤਾਂ ਮਾਰੀਆਂ ਗਈਆਂ, ਉਹ ਜਿਹੜੀ ਆ ਮਨੁੱਖਤਾ ਨਹੀਂ ਮਿਲਦੀ, ਇਹਦੇ ਅਸੀਂ ਉਲਟ ਚੱਲ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਕੁਦਰਤ ਦੀ ਗੱਲ ਕੀਤੀ ਹੈ, ਕੁਦਰਤ ਦੇ ਉਲਟੀ ਚੱਲਣ ਵਾਲੀ ਗੱਲ ਹੈ। ਆਬਾ ਹਵਾ ਕੁਦਰਤ ਦੇ ਰਹੀ ਹੈ, ਆਕਸੀਜਨ ਕੁਦਰਤ ਦੇ ਦੀ ਹੈ, ਰੁੱਖ ਬੂਟੇ ਲਾਓ ਉੱਥੇ ਕਿ ਇੰਡਸਟਰੀਆਂ ਲਾ ਰਹੇ ਜੇ, ਗਲਤ ਗੱਲ ਹੈ। ਲਾਲਚ ਨੇ ਨਾ, ਲਾਲਚ ਦਾ ਇਲਾਜ ਜਦੋਂ ਤੱਕ ਨਹੀਂ ਹੁੰਦਾ ਉਦੋਂ ਤੱਕ ਕੁਝ ਨਹੀਂ ਹੋ ਸਕਦਾ। ਲਾਲਚ ਦੇ ਵੱਸ ਪਏ ਲੋਕ ਪਤਾ ਨਹੀਂ ਕੀ ਕਰਦੇ ਰਹਿੰਦੇ। ਹਾਂ, ਸੋ ਅੱਗੇ ਵਧੀਏ ਜੀ। ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਭੋਗ ਦੇ ਉੱਤੇ ਅਮਿਤ ਸ਼ਾਹ ਜੀ ਕਹਿ ਰਹੇ ਨੇ ਕਿ ਲੋਕਾਂ ਦਾ ਜਿਨ੍ਹਾਂ ਦਾ ਪਹੁੰਚਣਾ ਬਣਦਾ ਸੀ ਉਹ ਵੀ ਨਹੀਂ ਪਹੁੰਚੇ। ਸਹੀ ਗੱਲ। ਹਾਲਾਂਕਿ ਉਹ ਆਪ ਤਾਂ ਪਹੁੰਚੇ ਨੇ। ਆਪ ਕਿੱਥੋਂ ਆਏ ਵੇਖੋ? ਦਿੱਲੀ ਤੋਂ। ਨਾ, ਦਿੱਲੀ ਤੋਂ ਆਏ, ਕਿੱਥੋਂ ਦਾ ਮਤਲਬ ਆਇਆ ਹੋਇਆ, ਦੂਰੋਂ ਆ ਗਏ, ਉਹ ਤੇ ਨੇੜੇ ਨਹੀਂ ਆਏ। ਹਾਂ, ਦਿੱਲੀ ਤੋਂ ਮੈਨੂੰ ਪਤਾ ਹੋਮ ਮਿਨਿਸਟਰ ਆ। ਹਾਂ, ਪਰ ਇਹਨਾਂ ਦਾ ਆਉਣਾ ਬਹੁਤ ਵੱਡੀ ਗੱਲ ਆ। ਓਮ ਬਿਰਲਾ ਜੀ ਵੀ ਆਏ ਸਪੀਕਰ, ਔਰ ਜਿਹੜੇ ਹਿੰਦੁਸਤਾਨ ਦੇ ਬੀਜੇਪੀ ਦੇ ਪ੍ਰਧਾਨ ਆ ਉਹ ਵੀ ਪਹੁੰਚੇ, ਸ਼ਖਾਵਤ ਜੀ ਆਏ, ਔਰ ਬਹੁਤ ਉੱਥੋਂ ਮਹਾਨ ਹਸਤੀਆਂ ਆਈਆਂ ਜਿਨ੍ਹਾਂ ਨੇ ਸ਼ਰਧਾਂਜਲੀ ਭੇਟ ਕੀਤੀ ਹੈ ਬਾਦਲ ਸਾਹਿਬ ਨੂੰ। ਔਰ ਉਹਨਾਂ ਦਾ ਵਿਸ਼ਾਲ ਜਿਹੜਾ ਸਮਾਰੋਹ ਹੋਇਆ, ਜਿਹਦੇ 'ਚ ਭੋਗ ਸੈਰਾਮਨੀ ਹੋਈ ਆ, ਉਹਦੇ ਵਿੱਚ ਸੁਖਬੀਰ ਬਾਦਲ ਨੇ ਬਹੁਤ ਇਹਦੇ 'ਤੇ ਲੋਕਾਂ ਨਾਲ ਸਤਿਕਾਰ ਕੀਤਾ ਕਿ ਮੇਰੇ ਪਿਤਾ ਜੀ ਦੇ ਇਸ ਭੋਗ 'ਤੇ ਅੰਤਮ ਅਰਦਾਸ 'ਤੇ ਸਾਰੇ ਹਸਤੀਆਂ, ਮਹਾਨ ਹਸਤੀਆਂ ਆਈਆਂ। ਉਹਦੇ 'ਚ ਸਾਰੇ ਆਪੋਜੀਸ਼ਨ ਦੇ ਲੀਡਰ ਵੀ ਗਏ ਆ, ਪਰ ਜਿਹੜੀ ਗੱਲ ਤੁਸੀਂ ਹੁਣ ਦੱਸੀ ਹੈ ਕਿ ਆਪ ਵਾਲੇ ਨਹੀਂ ਪਹੁੰਚੇ। ਔਰ ਉਦੋਂ ਪਹਿਲਾਂ ਭਗਵੰਤ ਮਾਨ ਜੀ ਸੰਸਕਾਰ 'ਤੇ ਪਹੁੰਚੇ ਸੀਗੇ, ਗਏ ਸੀ ਉੱਥੇ। ਉਦੋਂ ਬਾਅਦ ਇਹਨਾਂ ਦਾ ਜਾਣਾ ਬਣਦਾ ਸੀਗਾ, ਕਿਉਂਕਿ ਉਹ ਇੱਕ ਮਹਾਨ ਪਰਸਨੈਲਿਟੀ ਹੈ, ਮਹਾਨ ਸ਼ਖਸੀਅਤ ਸੀ ਜਿਨ੍ਹਾਂ ਨੇ ਪੰਜਾਬ 'ਤੇ ਰਾਜ ਕੀਤਾ ਔਰ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਦਾ ਜਿਹੜਾ ਬੁਛਾਰ ਲਾਈ, ਪੰਜਾਬ ਦੇ ਲੋਕਾਂ ਅਤੇ ਗਰੀਬਾਂ ਦੀ ਬਾਂਹ ਫੜੀ। ਉਹਨਾਂ ਨੇ ਬਹੁਤ ਵੱਡੇ ਕੰਮ ਕੀਤੇ ਔਰ ਇਹ 'ਚ ਸ਼ਰਧਾਂਜਲੀਆਂ ਦੇਣ ਲਈ ਬਹੁਤ ਦੂਰੋਂ ਲੋਕ ਆਏ। ਉਹ ਚੌਟਾਲਾ ਸਾਹਿਬ ਆਏ ਹਰਿਆਣਾ 'ਚੋਂ, ਔਰ ਉਹਨਾਂ ਦੇ ਨਾਲ ਵੱਡੇ ਖਿਡਾਰੀ ਵੀ ਆਏ, ਓਲੰਪੀਅਨ ਆਏ। ਔਰ ਉਹਦੇ ਵਿੱਚ ਕੱਲ੍ਹ ਪ੍ਰੋਫੈਸਰ ਚੰਦੂਮਾਜਰਾ ਜੀ ਬੋਲ ਰਹੇ ਸੀ ਕਿ ਉਹਨਾਂ ਨੇ ਜੋ ਕੁਝ ਕੀਤਾ ਪੰਜਾਬ ਲਈ, ਹੋ ਸਕਦਾ ਕਿ ਬਾਕੀ ਆਉਣ ਵਾਲੇ ਜਿਹੜਾ ਭਵਿੱਖ ਆ ਉਹਦੇ ਵਿੱਚ ਇੰਨਾ ਕੁਛ ਨਾ ਆਵੇ, ਕਿਉਂਕਿ ਉਹਨਾਂ ਲੰਮਾ ਸਮਾਂ ਪੰਜਾਬ ਦੀ ਜਿਹੜੀ ਆ ਲੋਕਾਂ ਦੇ ਵਿਕਾਸ ਲਈ ਬਾਂਹ ਫੜੀ, ਲੋਕਾਂ ਦਾ ਕੰਮ ਕੀਤਾ। ਔਰ ਸਿੱਖ ਪੰਥ ਦੇ ਉੱਗੇ ਨੇਤਾ ਰਹੇ, ਔਰ ਉਹਨਾਂ ਨੇ ਧਾਰਮਿਕ ਤੌਰ 'ਤੇ ਵੀ ਬੜੇ ਲੋਕਾਂ ਨਾਲ ਬਾਹਰੋਂ ਬੁਲਾ ਕੇ ਸਮਾਗਮ ਕੀਤੇ। ਔਰ ਪੰਜਾਬ ਦੇ ਵਿੱਚ ਵੀ ਦੇਖ ਲਓ, ਉਸ ਪਾਸੇ ਤੁਸੀਂ ਸੰਗਰੂਰ, ਦੂਸਰੇ ਪਾਸੇ ਦੇਖ ਲਓ, ਟੂਲ ਪਲਾਜ਼ਾ ਹੀ ਨਹੀਂ ਗਿਆ। ਸੜਕਾਂ ਇੰਨੀਆਂ ਸੋਹਣੀਆਂ ਬਣਾਈਆਂ, ਹਾਲਾਂਕਿ ਉਹ ਇਲਾਕਾ ਬਹੁਤ ਪਛੜਿਆ ਸੀਗਾ। ਮਾਲਵੇ ਵਿੱਚ ਨਰਮਾ ਕਪਾਵਾਂ ਜ਼ਿਆਦਾ ਹੁੰਦੀਆਂ ਸੀਗੀਆਂ। ਕਿਸਾਨ ਵੀ ਪੰਜਾਬ ਦੇ ਬਹੁਤ ਖੁਸ਼ ਆ ਬਾਦਲ ਸਾਹਿਬ ਤੋਂ, ਉਹਨਾਂ ਨੇ ਕਿਸਾਨਾਂ ਦੇ ਲਈ ਵੀ ਬਹੁਤ ਕੰਮ ਕੀਤੇ। ਸਟੈਂਡਿੰਗ ਕ੍ਰੌਪ ਜਿਹੜੀ ਆ ਉਹਦੇ ਲਈ ਬੀਮਾ, ਜਿਹੜਾ ਉਹਨਾਂ ਦਾ ਇੰਸ਼ੋਰੈਂਸ ਸੀਗਾ, ਉਹ ਇਹਨਾਂ ਨੇ ਕੀਤਾ। ਔਰ ਕਿਸਾਨਾਂ ਦੇ ਇਸ ਜਿਹੜਾ ਅੰਦੋਲਨ ਸੀਗਾ, ਹਾਲਾਂਕਿ ਉਹਨਾਂ ਦੀ ਸਿਹਤ ਇਹਨਾਂ ਇਜਾਜ਼ਤ ਨਹੀਂ ਸੀ ਦਿੰਦੀ, ਪਰ ਉਹਨਾਂ ਨੇ ਸੁਖਬੀਰ ਬਾਦਲ ਨੂੰ ਇਹ ਹਦਾਇਤਾਂ ਕੀਤੀਆਂ ਸੀਗਾ ਕਿ ਜਿੰਨਾ ਕੁਝ ਹੋ ਸਕੇ ਕਿਸਾਨਾਂ ਲਈ ਕਰੋ, ਜੇ ਕੁਝ ਫਾਈਨੈਂਸ਼ੀਅਲ ਤੌਰ 'ਤੇ ਕੁਝ ਕਰਨਾ ਉਹ ਵੀ ਕਰੋ, ਜੋ ਕੁਝ ਉਹਨਾਂ ਦੇ ਰਹਿਣ ਲਈ, ਖਾਣ ਲਈ। ਔਰ ਉੱਥੇ ਕਨਾਤਾਂ ਤੰਬੂ ਵੀ ਅੰਦੋਲਨ ਦੇ ਵਿੱਚ ਦਿੱਲੀ ਦੇ ਸਿੰਘਪੁਰਾ ਏਰੀਏ 'ਚ ਇਹਨਾਂ ਵੱਲੋਂ ਲਵਾਏ ਗਏ, ਔਰ ਉਹਨਾਂ ਵਿੱਚੋਂ ਬਹੁਤ ਲੋਕਾਂ ਨੂੰ ਭੇਜਿਆ
ਕਿ ਇਹਨਾਂ ਦੇ ਲਈ ਰੋਟੀ ਪਾਣੀ ਵੀ ਬਣਾਓ। ਕਿੰਨੀ ਵੱਡੀ ਗੱਲ ਹੈ ਕਿਸਾਨਾਂ ਦੇ ਲਈ ਇਹਨਾਂ ਦਾ ਕੰਮ ਕਰਨਾ। ਅੱਜ ਵੀ ਲੋਕ ਉਹਨਾਂ ਦੇ ਜਾਣ ਤੋਂ ਬਾਅਦ 95 ਸਾਲ ਤੋਂ ਬਾਅਦ ਉਹਨਾਂ ਨੂੰ ਯਾਦ ਕਰਦੇ ਰਹਿਣਗੇ, ਕਿਉਂਕਿ ਉਹਨਾਂ ਨੇ ਬਹੁਤ ਕੰਮ ਕੀਤਾ। ਔਰ ਸੁਖਬੀਰ ਬਾਦਲ ਨੇ ਆਪਣੀ ਸ਼ਰਧਾਂਜਲੀ 'ਚ ਕਿਹਾ ਕਿ ਜੋ ਕੁਝ ਮੇਰੇ ਪਿਤਾ ਜੀ ਕਰ ਗਏ ਨੇ, ਸ਼ਾਇਦ ਮੈਂ ਉਹਨਾਂ ਨਾ ਕਰ ਸਕਾਂ, ਕਿਉਂਕਿ ਉਹਨਾਂ ਦਾ ਹਿਰਦਾ ਵਿਸ਼ਾਲ ਸੀ, ਉਹਨਾਂ ਦੀ ਸੋਚ ਵਿਸ਼ਾਲ ਸੀਗੀ, ਪਰ ਮੈਂ ਕੋਸ਼ਿਸ਼ ਕਰਾਂਗਾ ਪੰਜਾਬ ਨੂੰ ਸਾਰਿਆਂ ਨੂੰ ਖੁਸ਼ ਰੱਖਣ ਲਈ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰਾਂਗਾ। ਇਹਨਾਂ ਬਾਰੇ ਕਿਹਾ ਜਾਂਦਾ ਨਾ, ਸ਼ਖਸੀਅਤ ਨਹੀਂ ਸੰਸਥਾ, ਚਲਦੀ ਫਿਰਦੀ ਸੰਸਥਾ। ਬਿਲਕੁਲ, ਕਿਉਂਕਿ ਐਕਸਪੀਰੀਅੰਸ, ਪੂਰਾ ਐਕਸਪੀਰੀਅੰਸ ਔਰ ਪੂਰੇ ਉਤਾਰ ਚੜਾਵ ਦੇਖੇ ਪੰਜਾਬ ਦੀ ਰਾਜਨੀਤੀ ਦੇ। ਸੋ ਇਹ ਬਹੁਤ ਵੱਡੀ ਗੱਲ ਹੈ। ਬਾਕੀ ਜਿਨ੍ਹਾਂ ਦਾ ਪਹੁੰਚਣਾ ਬਣਦਾ ਸੀ ਉਹ ਜ਼ਰੂਰ ਪਹੁੰਚਣਾ ਚਾਹੀਦਾ। ਔਰ ਸਿਆਣੇ ਵੀ ਕਹਿੰਦੇ ਨੇ, ਸੁੱਖ ਵੇਲੇ ਭਾਵੇਂ ਨਾ ਪਹੁੰਚੋ, ਦੁੱਖ ਵੇਲੇ ਜ਼ਰੂਰ ਪਹੁੰਚੋ। ਮਰਨਾ ਤਾਂ ਸਾਰਿਆਂ ਨੇ, ਜਾਣਾ ਤਾਂ ਹੈ ਹੀ ਹੈ, ਇਸ ਦੁਨੀਆ ਤੋਂ ਜਾਣਾ ਹੀ ਹੈ। ਪਰ ਜੇ ਅਸੀਂ ਦੁੱਖ ਵੇਲੇ ਨਹੀਂ ਜਾਵਾਂਗੇ, ਵਿਆਹ ਦੇ ਵੇਲੇ ਨਾ ਜਾਓ, ਉਹ ਜਲੇਬੀਆਂ ਲੱਡੂ ਖਾਣ ਨਾ ਜਾਓ। ਜਿੱਥੇ ਜਾਣਾ ਹੈਗਾ ਦੁੱਖ ਵੇਲੇ ਤਾਂ ਸ਼ਰੀਕ ਬਣੋ, ਉਹਨਾਂ ਨਾਲ ਸਾਂਝੀਵਾਲਤਾ ਦਾ ਪਾਓ, ਕਿਉਂਕਿ ਕੱਲ੍ਹ ਨੂੰ ਤੁਸੀਂ ਵੀ ਜਾਣਾਗਾ, ਤੁਹਾਡੇ ਮਾਂ ਪਿਓ ਨੇ ਵੀ ਜਾਣਾ, ਤੁਹਾਡੇ ਲਈ ਤਦ ਹੀ ਲੋਕ ਆਉਣਗੇ ਜੇ ਤੁਸੀਂ ਉਹਨਾਂ ਦੇ ਲਈ ਸ਼ਾਮਲ ਜੇ ਦੁੱਖ। ਔਰ ਜੇ ਕੋਈ ਵਿਰੋਧ ਵੀ ਕਰਦਾ ਹੈ, ਦਿਲੋਂ ਵੀ ਕਈ ਲੋਕ ਵਿਰੋਧ ਰੱਖਦੇ ਨੇ ਨਾ, ਉਹਦੇ ਵਾਸਤੇ ਵੀ ਇੱਕ ਸੂਫੀਆਨਾ ਕਲਾਮ ਹੈ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਮਰ ਜਾਣਾ। ਤੇ ਦੁੱਖ ਵੇਲੇ ਜ਼ਰੂਰ ਨਾਲ ਖੜੇ ਹੋਣਾ ਚਾਹੀਦਾ। ਸਿਆਣੇ ਵੀ ਇਹੀ ਕਹਿੰਦੇ ਨੇ, ਜਿਹੜੇ ਨਹੀਂ ਪਹੁੰਚੇ ਬਹੁਤ ਵੱਡੀ ਗਲਤੀ ਹੈ, ਪਹੁੰਚਣਾ ਚਾਹੀਦਾ। ਸੋ ਹੁਣ ਆਪਾਂ ਵਿਦੇਸ਼ ਦੀ ਧਰਤੀ ਤੇ ਚੱਲੀਏ। ਜ਼ਰੂਰ। ਤੁਸੀਂ ਪਹਿਲਾਂ ਕਹਿੰਦੇ ਹੁੰਦੇ ਪਹਿਲਾਂ ਵਿਦੇਸ਼ ਜਾਂਦੇ ਹੋ, ਫਿਰ ਭਾਰਤ 'ਚ ਆਉਂਦੇ ਹੋ। ਮੈਂ ਪਹਿਲਾਂ ਭਾਰਤ ਦਾ ਸਾਰਾ ਚੱਕਰ ਲਾ ਲਿਆ, ਉਡਾਰੀ ਮਾਰੋ, ਆਪਾਂ ਉਡਾਰੀ ਮਾਰਦੇ ਹਾਂ। ਜ਼ਰੂਰ। ਕਹਿੰਦੇ ਨੇ ਕਿ ਜੀ, ਇੱਕ ਤਾਂ ਰੂਸ ਦਾ ਡਰੋਨ ਤੇ ਮਿਸਾਈਲਾਂ ਨਾਲ ਯੂਕਰੇਨ ਤੇ ਭਾਰੀ ਹਮਲੇ ਨਾਲ ਵੱਡਾ ਨੁਕਸਾਨ। ਹੁਣੇ ਜਿਹੜੀ ਕੱਲ ਪਰਸੋਂ ਦੀ ਨਿਊਜ਼ ਹੈਗੀ ਆ, ਪੁਤਿਨ ਜਿਹੜੇ ਰਸ਼ੀਅਨ ਦੇ ਪ੍ਰੈਜ਼ੀਡੈਂਟ ਨੇ, ਰਸ਼ੀਆ ਦੇ, ਰੂਸ ਦੇ, ਉਹਨਾਂ 'ਤੇ ਪਹਿਲਾਂ ਹਮਲਾ ਕੀਤਾ। ਔਰ ਉਹਨਾਂ 'ਤੇ ਡਰੋਨ ਜਦੋਂ ਆਈ ਆ, ਉਹ ਇਹਨਾਂ ਨੇ ਬਣਾ ਕੇ ਡਰੋਨ ਪਹੁੰਚੀ ਆ ਉੱਥੇ, ਉਹ ਉਹਨਾਂ ਨੇ ਤਬਾਹ ਕਰ ਦਿੱਤੀ। ਡਰੋਨ ਦਾ ਵਿੱਚ ਜਿੱਥੇ ਕੰਟਰੋਲ ਸੀਗਾ ਉਹਨੂੰ ਉਹਨਾਂ ਨੇ ਡਿਸਕਨੈਕਟ ਕਰ ਦਿੱਤਾ। ਔਰ ਉਹਨਾਂ ਨੇ ਨਾਂ ਲਾਇਆ ਜ਼ੇਲੈਂਸਕੀ, ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਨੇ, ਕਿ ਉਹਨਾਂ ਦੀ ਇਹ ਸਾਜ਼ਿਸ਼ ਆ, ਉਹਨਾਂ ਨੇ ਕੀਤਾ। ਉਹਨਾਂ ਨੇ ਜਵਾਬ ਦੇ ਵਿੱਚ ਫਿਰ ਮਿਸਾਈਲਾਂ ਡਰੋਨ ਉੱਧਰ ਭੇਜੇ, ਉੱਧਰ ਫਿਰ ਬੰਬਾਰਮੈਂਟ ਕੀਤੀ ਕੀਵੀ, ਜਿਹੜਾ ਉਹਨਾਂ ਦੀ ਕੈਪੀਟਲ ਆ। ਹੁਣ ਉੱਥੇ ਕਰਫਿਊ ਲੱਗਿਆ ਇਸ ਵੇਲੇ। ਕਰਫਿਊ ਲੱਗ ਕੇ ਉਹਨਾਂ ਨੇ ਬੱਚੇ ਬੁੜਿਆਂ ਨੂੰ ਸਾਰਿਆਂ ਨੂੰ ਹਦਾਇਤਾਂ ਕਰਤੀਆਂ ਕਿ ਬਾਹਰ ਨਾ ਨਿਕਲੋ। ਇਸ ਵੇਲੇ ਰਸ਼ੀਆ ਦਾ ਹਮਲਾ ਹੋ ਗਿਆ ਬਹੁਤ ਭਾਰੀ, ਔਰ ਨੁਕਸਾਨ ਹੋ ਰਿਹਾ। ਔਰ ਉਹਨਾਂ ਨੇ ਪਹਿਲਾਂ ਵੀ ਇੱਥੇ ਕੀਵੀ 'ਤੇ ਹਮਲਾ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਪਹਿਲਾਂ ਵੀ ਨੁਕਸਾਨ ਪਹੁੰਚਾਇਆ ਸੀਗਾ, ਕਿਉਂਕਿ ਰਸ਼ੀਆ ਪਾਵਰਫੁਲ ਹੈ। ਉਹਦੇ ਵਿੱਚ ਬਹੁਤ ਉਹਨਾਂ ਕੋਲ ਮਿਸਾਈਲਾਂ ਵੀ ਆ, ਉਹਨਾਂ ਕੋਲ ਬੜੇ ਬੰਬ ਨੇ, ਪਰਮਾਣੂ ਬੰਬ ਵੀ ਨੇ, ਔਰ ਸਾਰਾ ਕੁਝ ਹੈਗਾ। ਪਰ ਯੂਕਰੇਨ ਦੀ ਪਿੱਛੇ ਵੀ ਅਮਰੀਕਾ ਔਰ ਇਹਨਾਂ ਦੇ ਨਾਲ ਜਿਹੜੀ ਬ੍ਰਿਟਿਸ਼ ਜਾਂ ਜਿਹੜੇ ਯੂਰਪੀਅਨ ਕੰਟਰੀ ਆ, ਉਹਨਾਂ ਦੇ ਵੀ ਹਮਾਇਤ ਹੈਗੀ ਆ। ਅਸਲ 'ਚ ਉਹਨੂੰ ਮੰਡੀ ਬਣਾ ਲਿਆ, ਜਿਹੜੀ ਪੰਜਾਬੀ ਵਿੱਚ ਕਹਿਣ ਦੀ ਗੱਲ ਹੈਗੀ। ਉਹਦੇ 'ਚ ਜਿੰਨਾ ਪੈਸਾ, ਜਿੰਨਾ ਵੈਪਨ, ਜੋ ਕੁਛ ਆ ਰਿਹਾ, ਉਹ ਉਹਨਾਂ ਨੂੰ ਵੰਡਿਆ ਜਾ ਰਿਹਾ। ਉਹਨਾਂ ਨੂੰ ਕਹਿੰਦੇ ਮਰੋ ਤੇ ਲੜੋ, ਸਾਰਾ ਕੁਝ ਉਹ ਕੰਮ ਹੋ ਗਿਆ। ਔਰ ਇਹਦੇ ਵਿੱਚ ਅੱਜ ਦੀ ਗੱਲ ਨਹੀਂ, ਕਿੰਨੀ ਦੇਰ ਹੋ ਗਈ ਹੈ, ਸਾਲ ਤੋਂ ਉੱਪਰ ਹੋ ਗਿਆ, ਅਜੇ ਤੱਕ ਉੱਥੇ ਕੋਈ ਸ਼ਾਂਤੀ ਨਹੀਂ ਹੋਈ। ਆਪਾਂ UNO ਦੀ ਗੱਲ ਤਾਂ ਨਹੀਂ ਕਰਦੇ, ਕਿਉਂਕਿ ਉਹਨਾਂ ਤਾਂ ਕੋਈ ਜ਼ੀਰੋ ਕੰਮ ਨਹੀਂ ਕੀਤਾ। ਜਿਹੜੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਕੋਈ ਕੰਮ ਨਹੀਂ ਕੀਤਾ। ਮਤਲਬ ਉਹ ਸ਼ੇਰ ਜਿਹਦੇ ਦੰਦ ਨਹੀਂ ਹੈਗੇ, ਇਹ UNO ਹੈ। ਤਦੇ ਨਹੀਂ ਕੀਤਾ ਆਪਾਂ ਸ਼ੇਰ ਉਹਨਾਂ ਦੇ ਬਾਰੇ, ਕਿ ਜਦੋਂ ਕੰਮ ਹੀ ਨਹੀਂ ਕਰ ਰਹੇ। ਹਿੰਦੁਸਤਾਨ ਨੇ ਜੇ ਗੱਲ ਕੀਤੀ ਹੋਈ, ਜਿਨ੍ਹਾਂ ਦੇ ਵੀਟੋ ਪਾਵਰ ਨੇ, ਉਹ ਤਾਂ ਇਸਤੇਮਾਲ ਆਪਣੇ ਹੱਕ 'ਚ ਕਰਦੇ ਨੇ। ਜ਼ਰੂਰ। ਤੇ UNO ਤਾਂ ਆਪਣੇ ਆਪ 'ਚ ਕੁਝ ਹੈ ਨਹੀਂ ਨਾ। ਜੋ 5 ਕੰਟਰੀਜ਼ ਬੈਠੀਆਂ ਨੇ, ਉਹ ਵੀਟੋ ਪਾਵਰ ਇਸਤੇਮਾਲ ਕਰਦੀਆਂ ਨੇ। ਬਾਕੀ ਮੈਂ ਕਈ ਵਾਰ ਸੋਚਦਾ, ਜੋ ਉਹਨਾਂ ਦੇ ਨਾਮ ਵੀ ਇੱਕੋ ਜਿੱਕੇ ਨੇ, ਜੋ ਵਲਾਦੀਮੀਰ, ਉਹ ਵੀ ਵਲਾਦੀਮੀਰ, ਪੁਤਿਨ ਨੇ, ਉਹ ਜ਼ੇਲੈਂਸਕੀ ਨੇ, ਬਸ ਪਿਛਲਾ ਨਾਂ ਹੀ ਵੱਖੋ ਵੱਖਰਾ ਨਾ, ਬਾਕੀ ਤੇ ਸੇਮ ਨਾਮ ਨੇ। ਪਰ ਕਰਤੂਤਾਂ ਇੱਕੋ ਜਿਹੀਆਂ ਨੇ। ਉਹਦੇ ਜਿਹੜੇ ਰਸ਼ੀਅਨ ਹੈ ਨੇ ਪੁਤਿਨ ਜੀ, ਉਹ ਜ਼ਿਆਦਾ ਹਾਵੀ ਉਹਨਾਂ 'ਤੇ। ਉਹ ਕਮੇਡੀਅਨ ਆ, ਉਹ ਹਸਾਉਂਦੇ ਵੀ ਰਹੇ ਆ। ਉਹ ਆਪਣੇ ਭਗਵੰਤ ਮਾਨ ਵਾਂਗੂ ਕਮੇਡੀਅਨ ਆ, ਬੜੇ ਨਾਟੋ ਹੈ। ਉਹਨਾਂ ਨੇ ਹਸਾਇਆ ਲੋਕਾਂ ਨੂੰ, ਰਵਾਇਆ ਨਹੀਂ। ਇਹ ਰਵਾ ਰਹੇ ਆ। ਉਹਦੇ ਪਿੱਛੇ ਨਾਟੋ ਲੱਗਾ ਹੋਇਆ, ਉਹ ਨਾਟੋ ਲੜਦਾ ਪਿਆ, ਪ੍ਰੌਕਸੀ ਵਾਰ ਹੈ, ਸਭ ਜਾਣਦੇ ਨੇ। ਹੁਣ ਇਹ ਪਤਾ ਨਹੀਂ ਕਦੋਂ ਥੰਮਣੀ ਹੈ, ਕੋਈ ਮਸਲਾ ਹੈ ਕਿ ਨਹੀਂ ਹੈ, ਕੀ ਛੋਟੀ ਜੀ ਜ਼ਿੰਦਗੀ, ਛੋਟੀ ਜੀ ਧਰਤੀ ਉਹਨਾਂ ਦੀ ਲੈਣਾ ਚਾਹੁੰਦਾ ਰਸ਼ੀਆ। ਹਾਲਾਂਕਿ ਇੰਨਾ ਵੱਡਾ ਕੰਟਰੀ ਆ, ਪੂਰੇ ਵਰਲਡ 'ਚੋਂ ਸਭ ਤੋਂ ਵੱਡਾ ਖੇਤਰਫਲ ਉਹਦੇ ਕੋਲ ਹੈਗਾ, ਸਾਰਿਆਂ ਤੋਂ ਵੱਡਾ ਦੇਸ਼ ਹੈ। ਫਿਰ ਨਹੀਂ ਭੁੱਖ ਮਰਦੀ ਕਿ ਅਸੀਂ ਇਹ ਵੀ ਜ਼ਮੀਨ ਲੈ ਲਈਏ, ਇਹ ਸਾਡੇ ਅੰਡਰ ਆ ਜੀ। ਐਕਚੁਅਲੀ ਉਹ ਆਪਣੇ ਰਾਜਨੀਤਿਕ ਕਾਰਨ ਦੱਸਦੇ ਨੇ ਨਾ, ਕਿ ਜੇ ਨਾਟੋ ਦਾ ਮੈਂਬਰ ਬਣ ਗਿਆ ਯੂਕਰੇਨ, ਤੇ ਸਾਡੇ ਬੂਏ ਆ ਕੇ ਬਹਿ ਜਾਊਗਾ ਅਮਰੀਕਾ, ਬੂਏ ਆ ਕੇ ਬਹਿ ਜਾਣਗੇ ਇਹ ਸਾਰੇ ਜਿਹੜੇ ਯੂਰਪੀਅਨ ਕੰਟਰੀਜ਼, ਪੱਛਮੀ ਦੇਸ਼ ਸਾਰੇ ਆ ਕੇ ਬਹਿ ਜਾਣਗੇ। ਉਹ ਆਪਣੀ ਸਿਕਿਉਰਿਟੀ ਨੂੰ ਲੈ ਕੇ ਲੜਦਾ ਪਿਆ। ਸੋ ਇਹ ਸਾਰੀ ਦੁਨੀਆ ਦੇ ਉੱਤੇ ਭਾਰੀ ਪੈਂਦਾ ਪਿਆ ਇਹ ਯੁੱਧ। ਸੋ ਆਪਾਂ ਅੱਗੇ ਚੱਲਦੇ ਹਾਂ ਜੀ। ਰੂਸ ਦੀ ਗੱਲ ਹੋ ਗਈ, ਯੂਕਰੇਨ ਦੀ ਗੱਲ ਹੋ ਗਈ, ਤੇ ਅਮਰੀਕਾ ਵਿੱਚ ਅਜੇ ਗਨ ਕਲਚਰ ਥੰਮਿਆ ਨਹੀਂ। ਸ਼ਾਪਿੰਗ ਮਾਲ ਤੇ ਫਿਰ ਉਹੀ ਗੱਲ, ਦੋ ਭਰਾਵਾਂ ਦੇ ਵਿਚਕਾਰ ਉਹੀ ਗੋਲੀ ਮਾਰ ਕੇ ਹੱਤਿਆ, ਪਤਾ ਨਹੀਂ ਕੀ ਕੀ ਹੁੰਦਾ ਪਿਆ। ਸ਼ਾਪਿੰਗ ਮਾਲ ਦੇ ਵਿੱਚ ਸੀ ਇਹ ਮੁੰਡਿਆਂ ਦਾ ਕੰਮ, ਔਰ ਉਹਦੇ ਨਾਲ ਇੱਕ ਹੋਰ ਇਹਨਾਂ ਦਾ ਸੀਗਾ ਹਿੱਸੇਦਾਰ। ਹਾਂਜੀ। ਔਰ ਉਹਨਾਂ ਨੇ ਜਦੋਂ ਉਹਦੇ ਵਿੱਚ ਲੈਣ ਦੇਣ ਤੋਂ ਗੱਲ ਹੋਈ, ਤੇ ਉਹਨਾਂ ਨੇ ਉਸ ਮੁੰਡੇ ਨੇ ਇਹਨਾਂ ਦੋਵਾਂ ਭਰਾਵਾਂ 'ਤੇ ਗੋਲੀ ਚਲਾਤੀ ਸ਼ਾਪਿੰਗ ਮਾਲ ਦੇ ਵਿੱਚ ਹੀ। ਤੇ ਉਹਦੇ ਵਿੱਚ ਇਹ ਮੁੰਡੇ ਕਪੂਰਥਲਾ ਜ਼ਿਲ੍ਹੇ ਸੁਲਤਾਨਪੁਰ ਲੋਧੀ ਦੇ ਨਾਲ ਹੀ ਪਿੰਡ ਆ, ਉੱਥੋਂ ਦੇ ਆ।
ਔਰ ਇਹ ਦੋਵਾਂ ਨੂੰ ਮਾਰ ਦਿੱਤਾ ਗਿਆ। ਉਹਨਾਂ ਦੀਆਂ ਲਾਸ਼ਾਂ ਤਾਂ ਜੇ ਪਿੰਡ ਨਹੀਂ ਪਹੁੰਚੀਆਂ। ਔਰ ਇਹਦੇ ਨਾਲ ਕਈ ਕੁਛ ਜਿਹੜਾ ਵਾਪਰ ਗਿਆ। ਇਹਦੇ ਵਿੱਚ ਅਸੀਂ ਤਾਂ ਗੱਲ ਕਰ ਰਹੇ ਹਾਂ ਅਮਰੀਕਨ ਗਨ ਕਲਚਰ ਦੀ। ਉੱਥੇ ਇਹ ਹੋ ਰਿਹਾ ਜੀ, ਉੱਥੋਂ ਦੇ ਉਹ ਆਪੋ 'ਚ ਮਾਰ ਦਿੰਦੇ ਆ ਔਰ ਸਕੂਲਾਂ 'ਚ ਜਾ ਕੇ ਗੋਲੀ ਚਲਾਉਂਦੇ ਆ। ਅਤੇ ਸਾਡੇ ਕਿਹੜੇ ਇਸ ਗੱਲੋਂ ਊਣੇ ਆ, ਇਹ ਵੀ ਇਹੋ ਕੰਮ ਕਰ ਦਿੰਦੇ ਆ। ਇਹਨਾਂ ਨੂੰ ਇਹ ਪਤਾ ਵੀ ਜੇ ਤੁਸੀਂ ਉਹਦੇ ਨਾਲ ਕੰਮ ਚਲਾ ਰਹੇ ਆ, ਤੁਹਾਡਾ ਸਾਰਾ ਸਾਂਝਾ ਕੰਮ ਹੈ, ਕਿ ਤੁਸੀਂ ਗੋਲੀ ਮਾਰ ਕੇ ਕਿਉਂ ਕਰ ਰਹੇ ਹੋ। ਉਹਨਾਂ ਨੂੰ ਬੰਦਿਆਂ 'ਚ ਬਿਠਾ ਲਾ, ਉੱਥੇ ਪੰਜਾਬੀ ਇੰਨੇ ਬੈਠੇ ਆ, ਉੱਥੇ ਸਾਡਾ ਐਂਬੈਸਡਰ ਵੀ ਆ ਸੰਧੂ ਜੀ, ਉਹਨਾਂ ਨਾਲ ਗੱਲ ਕਰੋ। ਜਿਹੜੇ ਵੱਡੇ ਮਹਾਨ ਹਸਤੀਆਂ ਬੈਠੇ ਉਹਨਾਂ ਨਾਲ ਗੱਲ ਕਰੋ, ਲੈਣ ਦੇਣ ਤੁਹਾਡਾ ਪੂਰਾ ਹੋ ਜਾਊਗਾ। ਫਿਰ ਇੱਕ ਭਰਾ ਨਹੀਂ, ਦੋਵੇਂ ਮਾਰਤੇ ਉਹਨੇ। ਔਰ ਇਹ ਗੱਲ ਸੁਲਤਾਨਪੁਰ ਦੇ ਨਾਲ ਪਿੰਡ ਆ, ਸਾਰੇ ਪਿੰਡ 'ਚ ਮਾਤਮ ਛਾ ਗਿਆ। ਔਰ ਉਹ ਬੱਚਾ ਜੇ ਮੁੰਡੇ 10 ਸਾਲ ਹੋਏ ਗਿਆ ਨੂੰ, ਔਰ ਬੜਾ ਵਧੀਆ ਕੰਮ ਚਲਾਇਆ ਦੋਵਾਂ ਭਰਾਵਾਂ ਨੇ। ਔਰ ਉਹਨਾਂ ਦੇ ਜਾਂ ਤਾਂ ਉਹਨਾਂ ਦੀ ਕਮਾਈ ਤੋਂ, ਜਾਂ ਉਹਨਾਂ ਦੇ ਪੈਸੇ ਤੋਂ, ਜਾਂ ਉਹਨਾਂ ਦੇ ਸਟੇਟਸ ਤੋਂ ਉਹਨੂੰ ਦੁੱਖ ਸੀਗਾ। ਉਹਨੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਉਹਨਾਂ ਨੂੰ ਖ਼ਤਮ ਕਰ ਦਿੱਤਾ। ਔਰ ਇਸ ਜਿਹੜੀ ਘਟਨਾ ਨੇ ਪੂਰੇ ਪੰਜਾਬ ਵਿੱਚ ਸੋਗ ਦਾ, ਮਾਤਮ ਦਾ ਜਿਹੜਾ ਸਾਰਾ ਇਹ ਛਾ ਗਿਆ ਉਹਨਾਂ ਦੇ ਲੋਕਾਂ ਦੇ ਮਨਾਂ 'ਚ। ਔਰ ਇਹ ਗੱਲ ਸਾਨੂੰ ਉਦੋਂ ਤਾਂ ਪੜ੍ਹਦੇ ਅਸੀਂ ਸੁਣਦੇ ਹਾਂ, ਪੜ੍ਹਦੇ ਵੀ ਅਮਰੀਕਾ 'ਚ ਇਹ ਉੱਥੇ ਜੋ ਕੁਛ ਹੋ ਰਿਹਾ, ਬਾਹਰਲੇ ਏਜੰਸੀਆਂ ਕਰਾ ਰਹੀਆਂ, ਅਫਰੀਕਨ ਹੈ, ਹਬਸ਼ੀ ਉੱਥੇ ਹੈਗੇ ਆ, ਉਹ ਕਰਦੇ ਮਾਰ ਧਾੜ। ਅਤੇ ਸਾਡੇ ਕਿਹੜੇ ਘੱਟ ਉਸ ਗੱਲੋਂ। ਇਹ ਗੱਲ ਜਿਹੜੀ ਗਲਤ ਹੁੰਦੀ ਆ, ਬਾਹਰਲੇ ਦੇਸ਼ਾਂ 'ਚ ਆਪਣਾ ਨਾਂ ਅੱਛਾ ਬਣਾਉਣਾ ਚਾਹੀਦਾ। ਉਹ ਵੀ ਬੀਇੰਗ ਪੰਜਾਬੀ ਤੁਸੀਂ ਇਹ ਕੰਮ ਕਰਦੇ ਜੇ, ਤੁਹਾਨੂੰ ਉੱਥੇ ਲੋਕਾਂ ਨੇ ਯਾਦ ਕਰਨਾ ਕਿ ਪੰਜਾਬ ਦੇ ਲੋਕ ਹੈ, ਬੜੇ ਸੂਰਮੇ ਆ, ਬੜੇ ਯੋਧੇ ਆ। ਪਰ ਆਹ ਜਿਹੜੀ ਘਿਨਾਉਣੀ ਘਟਨਾ ਕਰ ਦਿੱਤੀ ਆ, ਇਸ ਤੋਂ ਲੋਕ ਜਾਣੂ ਹੋ ਗਏ ਆ, ਸਾਡੇ NRI ਵੀ, ਸਾਡੇ ਇੱਧਰ ਦੇ ਭਾਰਤੀ ਵੀ, ਔਰ ਸਾਰੇ ਲੋਕਾਂ ਵਿੱਚ ਗੱਲ ਗਲਤ ਸੋਚ ਤੱਕ ਪਹੁੰਚ ਗਈ। ਕਿਉਂਕਿ ਹਜੇ ਇੱਕ ਉਹ ਪਹਿਲਾਂ ਵੀ ਮਸਲਾ ਹੈ, ਉਹ ਛੋਟੇ ਜਿਹੇ ਬੱਚੇ ਨੂੰ ਮਾਰ ਦਿੱਤਾ ਸੀ, ਉਹ ਵੀ ਬੰਦਾ ਹਜੇ ਟਰੇਸ ਆਊਟ ਨਹੀਂ ਹੋ ਰਿਹਾ। ਹਾਂ ਮਤਲਬ ਆਏ ਦਿਨ ਜਿੱਦਾਂ ਨਾ ਕੋਈ ਉਹ ਦਿਨ ਨਿਕਲਦਾ ਆਹ ਜਿਸ ਦਿਨ ਅਮਰੀਕਾ ਦੇ ਵਿੱਚ ਗੋਲੀ ਨਹੀਂ ਚੱਲਦੀ। ਸਹੀ ਗੱਲ ਨਹੀਂ ਤਾਂ ਤਕਰੀਬਨ ਬਿਲਕੁਲ ਹਰ ਦਿਨ ਚੱਲਦੀ ਪਈ ਹੈ ਔਰ ਜਾਨਾਂ ਜਾ ਰਹੀਆਂ ਨੇ। ਔਰ ਦੋ ਲੌਬੀਆਂ ਬਣੀਆਂ ਹੋਈਆਂ, ਇੱਕ ਕਹਿੰਦਾ ਗਨਸ ਦੇ ਉੱਤੇ ਰੋਕਥਾਮ ਹੋਣੀ ਚਾਹੀਦੀ ਹੈ, ਦੂਜਾ ਰੋਕਥਾਮ ਨਹੀਂ ਹੋਣ ਦਿੰਦਾ ਕਿਉਂਕਿ ਉਹਨਾਂ ਦੀ ਇੰਡਸਟਰੀ ਹੈ, ਗਨਸ ਦੀ ਇੰਡਸਟਰੀ ਹੈ ਔਰ ਉਹਨਾਂ ਦਾ ਬਿਜ਼ਨਸ ਠੱਪ ਹੁੰਦਾ। ਬਿਜ਼ਨਸ ਸਭ ਕੁਝ ਹੋ ਗਿਆ, ਇਨਸਾਨ ਦੀ ਜ਼ਿੰਦਗੀ ਦੀ ਕੀਮਤ ਕੁਝ ਨਹੀਂ ਹੈ। ਔਰ ਦੁਨੀਆ ਦੇ ਵਿੱਚ ਲੜਾਈਆਂ ਲੱਗਦੀਆਂ ਨੇ, ਉੱਥੇ ਵੀ ਹਥਿਆਰ ਵੇਚੋ, ਉਹ ਵੀ ਬਿਜ਼ਨਸ ਹੈ ਔਰ ਬਿਜ਼ਨਸ ਹੀ ਸਭ ਕੁਝ ਹੋ ਗਿਆ। ਬਾਕੀ ਹਿਊਮਨ ਲਾਈਫ ਡਸ ਨਾਟ ਮੈਟਰ। ਬਾਕੀ ਗੱਲਾਂ ਜਿੰਨੀਆਂ ਮਰਜ਼ੀ ਅਸੀਂ ਕਰੀ ਟਾਈਮ ਹੋ ਗਿਆ ਹੁਣ। ਹਾਂਜੀ ਬਲਕਾਰ ਜੀ, ਟਾਈਮ ਤੇ ਹੋ ਗਿਆ, ਪਰ ਜਾਂਦੇ ਜਾਂਦੇ ਆਪਾਂ ਕ੍ਰਿਕਟ ਦੀ ਗੱਲ ਕਰ ਲਈਏ ਕਿਉਂਕਿ ਇੰਡੀਆ ਵਿੱਚ ਤੇ ਕ੍ਰਿਕਟ ਜਿਹੜਾ ਨਾ ਇੱਕ ਰਿਲੀਜਨ ਹੈ, ਇੱਕ ਧਰਮ ਬਣਿਆ ਹੋਇਆ। ਔਰ ਹੁਣ ਅਮਰੀਕਾ ਦੇ ਲੋਕ ਵੀ ਕ੍ਰਿਕਟ ਵੱਲ ਧਿਆਨ ਦੇਣ ਲੱਗ ਪਏ ਨੇ। ਕਿਸੇ ਵਕਤ ਕਹਿੰਦੇ ਹੁੰਦੇ ਸੀ ਇਟਸ ਦਾ ਵੇਸਟੇਜ ਆਫ ਟਾਈਮ, ਕਿਉਂਕਿ ਫੁੱਟਬਾਲ ਦਾ ਮੈਚ ਜਾਂ ਰਗਬੀ ਜਾਂ ਹੋਰ ਜਿਹੜੀਆਂ ਵੀ ਗੇਮਸ ਖੇਡਦੇ ਸੀ ਉਹ ਫਟਾਫਟ ਫਿਨਿਸ਼ ਹੋ ਜਾਂਦੀਆਂ ਨੇ ਜਲਦੀ ਜਲਦੀ। ਔਰ ਪੂਰਾ ਕ੍ਰਿਕਟ ਪੂਰਾ ਦਿਨ ਲੈਂਦਾ, ਭਾਵੇਂ ਛੋਟਾ ਵੀ ਹੋਵੇ। ਹਾਂ ਅੱਜ ਕੱਲ੍ਹ ਨਵਾਂ ਆ ਗਿਆ T20 1 ਡੇ। ਸੋ ਕ੍ਰਿਕਟ ਦੀ ਦੀਵਾਨਗੀ ਅਮਰੀਕਾ ਦੇ ਲੋਕਾਂ 'ਚ ਵੱਧਦੀ ਪਈ ਹੈ। ਆਪਾਂ ਅੱਗੇ ਵੀ ਗੱਲ ਕੀਤੀ ਸੀ, ਇਹ 'ਚ ਕੁੜੀਆਂ ਵੀ ਬਹੁਤ ਆ ਗਈਆਂ, ਜਿਹੜੀਆਂ ਨੌਜਵਾਨ ਕੁੜੀਆਂ ਨੇ, ਵਿੱਚ ਇੰਡੀਅਨ ਕੁੜੀਆਂ ਵੀ ਆ, ਅਮਰੀਕਨ ਵੀ ਆ। ਇਹਨਾਂ ਨੇ ਵੀ ਆਪਣੀਆਂ ਕ੍ਰਿਕਟ ਦੀਆਂ ਟੀਮਾਂ ਬਣਾ ਲਈਆਂ ਔਰ ਸਟੇਡੀਅਮ ਬਹੁਤ ਬਣ ਗਿਆ। ਔਰ ਇਹਦੇ ਵਿੱਚ T20 ਪਹਿਲਾਂ ਹੋਇਆ ਸੀਗਾ ਕ੍ਰਿਕਟ ਦਾ ਮੈਚ, ਜਿਹੜੇ ਉੱਥੇ ਉਹ ਇਹਦੀ ਮੇਜ਼ਬਾਨੀ ਅਮਰੀਕਾ ਨੇ ਕੀਤੀ ਸੀ। ਹੁਣ ਜਿਹੜੀ ਹੱਬ ਬਣ ਗਏ, ਟੈਕਸਾਸ ਦਾ ਏਰੀਆ ਹੈਗਾ, ਕੈਲੀਫੋਰਨੀਆ ਵਿੱਚ ਵੀ ਬਹੁਤ ਸਟੇਡੀਅਮ ਬਣ ਚੁੱਕੇ ਆ। ਔਰ ਇਹਦੇ ਵਿੱਚ 17 ਤੋਂ 19 ਤੱਕ ਮੈਚ ਸ਼ੁਰੂ ਹੋ ਰਹੇ ਆ। ਔਰ ਇਹਨਾਂ ਮੈਚ ਦੇ ਵਿੱਚ ਔਰ ਉਹ 'ਚ ਪ੍ਰਾਈਜ਼ ਅਵਾਰਡ ਬੜੇ ਵਧੀਆ ਆ ਗਿਆ। ਜਿਹੜਾ ਪੈਸਾ ਇਕੱਠਾ ਹੋ ਗਿਆ 16,000 ਕਰੋੜ ਦਾ ਜਿਹੜਾ ਡਾਲਰ ਪੈਸਾ ਉਹਨਾਂ ਕੋਲ ਆਇਆ, ਜਿਹਦੇ ਵਿੱਚ ਕੱਪ ਹੋਣਗੇ। ਵਿਨਰ ਜਿਹੜੀ ਆ ਟੀਮਾਂ ਉਹਨਾਂ ਨੂੰ ਕੱਪ ਦਿੱਤੇ ਜਾਣਗੇ। ਪਹਿਲਾਂ ਕ੍ਰਿਕਟ ਅਮਰੀਕਾ ਨਹੀਂ ਸੀ ਇੰਨੀ ਖੇਡ ਰਿਹਾ, ਹੁਣ ਜਿਹੜਾ ਪਾਪੂਲਰਿਟੀ ਹੋ ਗਈ ਹੈ ਬਹੁਤ ਜ਼ਿਆਦਾ ਹੋ ਗਈ ਹੈ। ਜਿਮਨਾਸਟਿਕ ਜਾਂ ਬਾਕੀ ਚੀਜ਼ਾਂ ਉਹਨਾਂ ਕੋਲ ਆ ਗਈਆਂ ਸੀਗੀਆਂ। ਔਰ ਇੰਡੀਆ 'ਚ ਤਾਂ ਸਾਡੇ ਕ੍ਰਿਕਟ ਨੇ ਬਾਕੀ ਖੇਡਾਂ ਜਿਹੜੀਆਂ ਖਤਮ ਹੀ ਕਰਤੀਆਂ। ਹਾਕੀ ਸਾਡੀ ਬਹੁਤ ਥੱਲੇ ਚਲੀ ਗਈ ਹੈ, ਜਿਮਨਾਸਟਿਕ ਦੀਆਂ ਖੇਡਾਂ, ਹੋਰ ਜਿਹੜੀਆਂ ਐਥਲੀਟ ਸੀ ਸਾਡੇ ਬਾਕੀ ਖੇਡਾਂ ਦੇ, ਉਹ ਖੇਡਾਂ ਵੀ ਦੂਰ ਚਲੇ ਗਈਆਂ। ਕ੍ਰਿਕਟ ਵਾਲੇ ਪਾਸੇ ਸਾਡਾ ਜਿਹੜਾ ਜ਼ਿਆਦਾ ਰੁਝਾਨ ਹੋ ਗਿਆ। ਹੁਣ ਇਹੀ ਰੁਝਾਨ ਅਮਰੀਕਾ ਸ਼ੁਰੂ ਹੋ ਗਿਆ। ਇਹਦੇ ਵਿੱਚ ਸਾਡੇ ਇੰਡੀਅਨ ਲੋਕ ਬਹੁਤ ਸ਼ਾਮਲ ਨੇ। ਔਰ ਉਹਦੇ ਵਿੱਚ ਕੈਲੀਫੋਰਨੀਆ ਦਾ ਏਰੀਆ, ਸਟੇਡੀਅਮ ਬਣੇ ਉੱਥੇ ਬਹੁਤ ਜ਼ਿਆਦਾ। ਔਰ ਸਾਰੇ ਏਰੀਆ ਦੇ ਵਿੱਚ ਜਿਹੜੀਆਂ ਗਰਾਊਂਡਾਂ ਬਣ ਚੁੱਕੀਆਂ ਔਰ ਮੁੰਡੇ ਉਹਦੇ 'ਚ ਸ਼ਾਮਲ ਹੋ ਗਿਆ। ਉਹਦੇ 'ਚ ਸਟੂਡੈਂਟ ਬਹੁਤ ਆਏ ਖੰਨਾ ਜੀ। ਔਰ ਉਹਦੇ ਵਿੱਚ ਬਾਕੀ ਜਿਹੜੇ ਮੇਲ ਫੀਮੇਲ ਦੋਨੇ ਤਰ੍ਹਾਂ ਦੇ ਸਟੂਡੈਂਟਸ ਆ ਗਏ। ਜਿੰਨੇ ਵੀ ਸਰਕਾਰੀ ਮਹਿਕਮੇ ਉਹਨਾਂ ਦੇ ਕਰਮਚਾਰੀ ਇਹਦੇ ਵਿੱਚ ਆ ਗਏ, ਕਿਉਂਕਿ ਜਦੋਂ ਧਿਆਨ ਜਾਂਦਾ ਨਾ ਕਿ ਗੇਮ ਵੱਲ, ਫਿਰ ਸਾਰਿਆਂ ਨੂੰ ਇਹ ਗੱਲ ਉਸ ਪਾਸੇ ਖਿੱਚ ਲੈਂਦੀ ਆ। ਮਾੜੀ ਗੱਲ ਤਾਂ ਨਹੀਂ ਹੈਗੀ, ਕਿਉਂਕਿ ਗੇਮ ਬਹੁਤ ਵੱਡੀ ਗੇਮ ਹੈਗੀ, ਪਾਪੂਲਰ ਗੇਮ ਆ ਪੂਰੇ ਵਰਲਡ ਦੇ ਵਿੱਚ। ਔਰ ਇਹਨਾਂ ਨੂੰ ਵੀ ਬਾਕੀ ਖੇਡਾਂ 'ਚ ਓਲੰਪਿਕ ਵਿੱਚ ਆਉਣਾ ਲੱਗੇਗਾ ਕਿ ਅਸੀਂ ਵੀ ਉੱਧਰ ਆਈਏ। ਜੇ ਸੁਪਰ ਕੰਟਰੀ ਆ, ਜੇ ਸਾਰੇ ਕੰਮਾਂ ਵਿੱਚ ਸਭ ਤੋਂ ਉੱਪਰ ਕੰਟਰੀ ਆ, ਔਰ ਇਹਨਾਂ ਨੂੰ ਇਹਦੇ ਵਿੱਚ ਵੀ ਇਹਨਾਂ ਨੇ ਆਪਣੀ ਅਗਲੀ ਜਿਹੜੀ ਬਣਾ ਲੈਣੀ ਆ ਖੇਡ ਦੀ, ਜਿਹੜੀ ਅੱਗੇ ਪ੍ਰਥਮ ਤੌਰ 'ਤੇ ਅੱਗੇ ਆਉਣ ਦੀ। ਔਰ ਇਹਦੇ ਲਈ ਇਸ ਵੇਲੇ ਸਾਰੇ
ਖਿਡਾਰੀਆਂ ਵਿੱਚ ਇਹ ਬੜੀ ਦਿਲ ਖਿੱਚ ਗੱਲ ਬਣ ਗਈ ਆ ਕਿ ਮੈਚ ਫਿਰ ਅਮਰੀਕਾ ਕਰਾਊਗਾ, ਸਾਡੀਆਂ ਇੰਡੀਅਨ ਟੀਮਾਂ ਵੀ ਉੱਥੇ ਜਾਣਗੀਆਂ, ਉਹਦੇ ਨਾਲ ਦਰਸ਼ਕ ਵੀ ਜਾਣਗੇ, ਵੇਖਣ ਵਾਲੇ ਵੀ ਜਾਣਗੇ, ਲੋਕ ਉੱਥੇ ਘੁੰਮਣਗੇ ਵੀ, ਅਮਰੀਕਾ ਵੇਖਣ ਵੀ ਗਏ, ਇੱਕ ਬਹਾਨਾ ਵੀ ਬਣ ਜਾਣ ਜਾਣ ਦਾ। ਜਦੋਂ ਕਿ ਅੱਗੇ ਮੈਚ ਘੱਟ ਹੁੰਦੇ ਸੀ, ਹੁਣ ਮੈਚ ਵੀ ਹੋਣਗੇ। ਜਦੋਂ ਆਪ ਖੇਡਣ ਲੱਗ ਪਏ ਤਾਂ ਉਹਨਾਂ ਨੇ ਮੈਚ ਤਾਂ ਉੱਥੇ ਬਹੁਤ ਕਰਨੇ ਆ, ਉਹਨਾਂ ਨੇ ਦਾਅਵਤ ਦੇਣੀ ਸਾਰੀਆਂ ਟੀਮਾਂ ਨੂੰ, ਪਿਆਓ ਵੀ ਖੇਡੋ ਇੱਥੇ, ਪੈਸਾ ਅਸੀਂ ਲਵਾਂਗੇ, ਸਟੇਡੀਅਮ ਸਾਡੇ ਹੈਗੇ ਆ, ਮੈਨੇਜ ਅਸੀਂ ਕਰਾਂਗੇ, ਹੋਟਲ ਸਾਡੇ ਹੈਗੇ ਆ, ਔਰ ਤੁਸੀਂ ਪਹੁੰਚੋ। ਤਾਂ ਅਮਰੀਕਾ ਵਿੱਚ ਲੋਕਾਂ ਦਾ ਜਾਣ ਦਾ ਨਾ ਭੀੜ ਲੱਗ ਜਾਊਗੀ ਸਾਰੀ। ਉਹ ਤਾਂ ਠੀਕ ਹੈ, ਸਪੋਰਟਸਮੈਨ ਹੋਣ ਠੀਕ ਹੈ, ਸਪੋਰਟਸਮੈਨਸ਼ਿਪ ਹੋਵੇ ਉਹ ਠੀਕ ਹੈ, ਪਰ ਜਿਹੜਾ ਜੂਆ ਚੱਲਦਾ ਨਾ ਕ੍ਰਿਕਟ ਦੇ ਵਿੱਚ, ਉਹ ਤਾਂ ਚੱਲਦਾ, ਦੜਾ ਸੱਟਾ, ਬੁੱਕੀਜ਼ ਬੈਠੇ ਨੇ, ਇਹਦੇ ਵੱਲ ਨਾ ਜਾਓ ਤੇ ਵਧੀਆ। ਇਹ ਤਾਂ ਮਾੜੀ ਗੱਲ, ਇਹ ਤੋਂ ਬਚ ਕੇ ਰਹੋ। ਇਹ ਤਾਂ ਮਾੜੀ ਗੱਲ। ਔਰ ਜਿੱਥੇ ਵੀ ਦੁਨੀਆ 'ਚ ਇਹ ਹੁੰਦਾ ਸਪੋਰਟਸ ਸੱਟਾ ਲੱਗਦਾ ਨੇ, ਕਮ ਸੇ ਕਮ ਸਪੋਰਟਸ ਰਹਿਣ ਦਿਓ। ਸਪੋਰਟਸ ਦੇ ਵਿੱਚ ਵੀ ਜੂਆ ਇਹ ਬੜਾ ਅਜੀਬ ਦਾ ਲੱਗਦਾ ਹੈ। ਔਰ ਸਾਡੇ ਸਿਆਣੇ ਕਹਿੰਦੇ ਨੇ ਜੂਆ ਕਿਸੇ ਕਾ ਨਾ ਹੁਆ। ਬਿਲਕੁਲ ਬਿਲਕੁਲ। ਜੂਏ ਵਰਗੀ ਕੋਈ ਚੀਜ਼ ਨਹੀਂ ਜਿਹਦੇ ਵਿੱਚ ਹਾਰਨਾ ਨਾ ਹੋਵੇ, ਕਿਉਂਕਿ ਉਹਦੇ 'ਚ ਹਾਰਨਾ ਹੁੰਦਾ ਨਾ, ਇਸ ਕਰਕੇ ਜੂਆ ਕਿਸੇ ਕਾ ਨਾ ਹੁਆ। ਸਾਨੂੰ ਬਜ਼ੁਰਗਾਂ ਦੀ ਗੱਲ ਯਾਦ ਰੱਖਣੀ ਚਾਹੀਦੀ ਹੈ। ਪਾਂਡਵਾਂ ਦੇ ਟਾਈਮ ਤੋਂ ਹੁਣ ਤੱਕ ਜਿਹੜਾ ਇਹ ਚੱਲਦਾ ਆ ਰਿਹਾ, ਪਤਾ ਨਹੀਂ ਕਦੋਂ ਤੋਂ ਚੱਲੀ ਜਾਂਦਾ, ਬੜਾ ਪੁਰਾਣੀ ਇਤਿਹਾਸਕ ਗੇਮ ਹੈ ਇਹ ਵੀ। ਇਹ ਵੀ ਇਤਿਹਾਸਿਕ ਗੇਮ ਹੈ, ਸਪੋਰਟਸ ਹੈ ਇਹ ਵੀ, ਜੂਆ ਵੀ ਸਪੋਰਟਸ ਹੈ। ਚਲੋ ਹੁਣ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ, ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚਲਿਏ। ਜ਼ਰੂਰ ਜੀ, ਸਤਿ ਸ੍ਰੀ ਅਕਾਲ ਜੀ।